ਵਾਹਿਗੁਰੂ 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 ਕਿਤੇ ਨਹੀਂ ਖੜਨਾ। ਵਾਹਿਗੁਰੂ 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 ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਦੋਹਰਾ ਨਿਕਸਿਓ ਡੇਰਾ ਤਿਆਗ ਕਰ ਹਿਮਰਤ ਥੀ ਤਿਸ ਕਾਲ ਚਲਤ ਪੰਥ ਨਿਤ ਚਿਰਨ ਕਰ ਸ਼ਰਮ ਕੋ ਲਹਤ ਵਿਸਾਲ ਨਿਕਸਿਓ ਡੇਰਾ ਤਿਆਗ ਕਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਕੁਝ ਸਮਾਂ ਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਆਪਾਂ ਨੇ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਵਾਲੀ ਕਥਾ ਜਿਨ੍ਹਾਂ ਨੇ ਸੁਣੀ ਹੈ ਕੰਨਾਂ ਨੂੰ ਹੱਥ ਲੱਗ ਜਾਂਦੇ ਹਨ। ਸਿੱਖ ਕੁਝ ਵੀ ਨਹੀਂ ਕਰ ਸਕਦਾ ਜੇ ਗੁਰੂ ਸਾਹਿਬ ਸਹਾਈ ਨਾ ਹੋਣ। ਗੁਰੂ ਸਾਹਿਬ ਸਾਡੀ ਸਹਾਇਤਾ ਕਰਨਗੇ ਤਾਂ ਅਸੀਂ ਕੁਝ ਕਰ ਸਕਦੇ ਹਾਂ। ਕੱਲ ਇਹ ਪ੍ਰਸੰਗ ਆਇਆ ਸੀ, ਜਾਣਕਾਰੀ ਵਾਸਤੇ ਥੋੜ੍ਹੀ ਜਿਹੀ ਪਿਛਲੀ ਕਥਾ ਸੁਣ ਲਓ। ਬਾਬਾ ਬਿਧੀ ਚੰਦ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ, ਗੁਰੂ ਦੇ ਸਿੱਖ ਬੈਠੇ, ਭਾਈ ਗੁਰਦਾਸ ਜੀ ਬੈਠੇ ਆ। ਸਿੱਖੀ ਦੀਆਂ ਗੱਲਾਂ ਸ਼ੁਰੂ ਹੋਈਆਂ ਵੀ ਸਿੱਖੀ ਨੂੰ ਕਮਾਉਣਾ ਕਿਵੇਂ ਹੈ। ਅੱਜ ਘਾਟ ਇਸ ਕਰਕੇ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ 7 ਕਰੋੜ ਸਿੱਖ ਸੀਗਾ। ਅੱਜ ਕਰਦਿਆਂ 1.5 ਕਰੋੜ ਤੱਕ ਗਿਣਤੀ ਆ ਗਈ ਹੈ। ਅੱਧੇ ਨਾਲੋਂ ਵੀ ਜ਼ਿਆਦਾ ਅਸੀਂ ਘਟ ਗਏ ਹਾਂ। ਕਿੱਥੇ 7 ਕਰੋੜ ਗਿਣਤੀ ਸੀਗੀ,
ਕਿੱਥੇ 1.5-2 ਕਰੋੜ ਹੀ ਸਿੱਖ ਰਹਿ ਗਏ ਆ। ਉਹਦਾ ਕਾਰਨ ਪਿਛਲੇ ਥੋੜ੍ਹੇ ਸਮੇਂ ਤੋਂ ਜਦੋਂ ਹੀ ਗੁਰੂ ਕੇ ਸਿੱਖ ਆਪਸ ਵਿੱਚ ਬਹਿੰਦੇ ਆ, ਹੋਰ ਗੱਲਾਂ ਤੇ ਬਹੁਤ ਕਰਦੇ ਹਨ ਪਰ ਗੁਰੂ ਦੇ ਪਿਆਰ ਵਾਲੀਆਂ ਗੱਲਾਂ ਨਹੀਂ ਕਰਦੇ। ਇਕੱਠੇ ਹੋਣ, ਬੈਠਣ, ਗੁਰੂ ਸਾਹਿਬ ਦੇ ਪਿਆਰ ਵਾਲੀਆਂ ਗੱਲਾਂ ਕਰਨ। ਚੇਤਾ ਰੱਖਿਓ, ਸਟੇਜ ਉੱਤੇ ਬੈਠ ਕੇ ਗਿਆਨੀ ਕਥਾ ਕਰ ਰਿਹਾ, ਤੁਸੀਂ ਕਥਾ ਸੁਣ ਰਹੇ ਹੋ, ਇਹਦਾ ਅਸਰ ਆਪਣਾ ਹੈ। ਪਰ ਜਦੋਂ ਤੁਸੀਂ 4-5 ਜਣੇ ਬੈਠ ਕੇ ਗੁਰੂ ਸਾਹਿਬ ਦੀਆਂ ਗੱਲਾਂ ਕਰੋਗੇ ਪਿਆਰ ਵਿੱਚ, ਇਹਦਾ ਅਸਰ ਆਪਣਾ ਹੈ। ਬੜੇ ਬੜੇ ਤੱਤ ਨਿਕਲਦੇ ਆ। ਅਸੀਂ ਆਪ ਵੇਖ ਲਈਏ, ਇੱਥੇ ਬੈਠ ਕੇ ਤੁਸੀਂ ਕਥਾ ਸੁਣਦੇ ਹੋ, ਵਿਦੇਸ਼ਾਂ ਵਿੱਚ ਲੱਖਾਂ ਸੰਗਤਾਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਕਥਾ ਸੁਣਦੀਆਂ। ਬਹੁਤ ਚੰਗੀ ਗੱਲ ਹੈ। ਕਥਾ ਕਰਨੀ, ਸੁਣਨੀ, ਕੀਰਤਨ ਕਰਨਾ, ਸੁਣਨਾ 9 ਪ੍ਰਕਾਰ ਦੀ ਭਗਤੀ ਵਿੱਚੋਂ ਇਹ ਇੱਕ ਭਗਤੀ ਹੈ। ਪਰ ਕਿੰਨੇ ਕੁ ਉਹ ਸਿੱਖ ਨੇ ਜਦੋਂ ਉਹ ਆਪਸ ਵਿੱਚ ਇਕੱਠੇ ਹੁੰਦੇ ਆ ਤੇ ਆਪਸ ਵਿੱਚ ਇਕੱਠੇ ਹੋ ਕੇ ਗੁਰੂ ਜੀ ਦੇ ਪਿਆਰ ਦੀਆਂ ਗੱਲਾਂ ਕਰਦੇ ਹਨ। ਤੇ ਆਪਣੇ ਆਪ ਵਿੱਚ ਬੰਦਾ ਵਿਚਾਰ ਕਰੇ। ਕਈ ਤਾਂ ਇੱਥੇ ਬੈਠੇ ਤੁਹਾਡੇ ਵਿੱਚੋਂ ਪਿਆਰ ਵਾਲੇ ਜਦੋਂ ਆਪਸ ਵਿੱਚ ਬੈਠਦੇ ਆ, ਕੋਈ ਗੁਰਮੰਤਰ ਦੀ ਗੱਲ ਕਰਦੇ ਆ, ਕੋਈ ਬਾਣੀ ਦੀ ਗੱਲ ਕਰਦੇ ਆ, ਕਿਸੇ ਸ਼ਬਦ ਦੇ ਅਰਥ ਦੀ ਗੱਲ ਕਰਦੇ ਆ, ਕਿਸੇ ਮਹਾਂਪੁਰਖ ਦੇ ਜੀਵਨ ਦੀ ਗੱਲ ਕਰਦੇ ਆ, ਉਹਨਾਂ ਦੀ ਅੰਦਰ ਦੀ ਬੈਟਰੀ ਜਿਹੜੀ ਹੈ ਉਹ ਚਾਰਜ ਹੁੰਦੀ ਰਹਿੰਦੀ ਹੈ, ਚਾਰਜ ਹੁੰਦੀ ਰਹਿੰਦੀ ਹੈ। ਇੱਕ ਗੁਰਸਿੱਖ ਦੇ ਘਰ ਅਸੀਂ ਰਾਤ ਪ੍ਰਸ਼ਾਦਾ ਛਕਣ ਵਾਸਤੇ ਗਏ। ਮੇਰੇ ਭਰਾ ਹੀ ਬਣੇ ਆ। ਉਹਨਾਂ ਦੇ ਘਰ ਰਾਤ ਗਏ ਪ੍ਰਸ਼ਾਦਾ ਛਕਣ ਵਾਸਤੇ ਤੇ ਗੁਰੂ ਸਾਹਿਬ ਦੇ ਬਚਨ ਸ਼ੁਰੂ ਹੋਏ। ਸੋਹਿਣੇ ਮੋਹਿਣੇ ਦਾ ਪ੍ਰਸੰਗ ਸ਼ੁਰੂ ਕੀਤਾ ਅਸੀਂ। ਉਹ ਕਥਾ ਹੋਈ। ਉਸ ਦਿਨ ਤੋਂ ਉਹਨਾਂ ਦਾ ਬੇਟਾ ਲਗਭਗ ਕਈ ਵਾਰੀ ਫੋਨ ਕਰਕੇ ਕਹਿ ਚੁੱਕਿਆ, ਜੀ ਸਾਡੇ ਘਰ ਕਦੋਂ ਆਉਣਾ ਹੈ? ਹੁਣ ਜਦੋਂ ਆਓਗੇ ਖੁੱਲ੍ਹਾ ਸਮਾਂ ਕੱਢ ਕੇ ਆਇਓ ਤੇ ਗੁਰੂ ਹਰਗੋਬਿੰਦ ਜੀ ਦੀ ਕਥਾ ਸੁਣਾਇਓ। ਇਸ ਵਾਰ ਕੋਈ ਅਸਰ ਪੈਂਦਾ। ਪਹਿਲੇ ਸਮੇਂ ਵਿੱਚ ਸਾਧ ਸੰਗਤ ਦੀ ਜਦੋਂ ਰਾਤ ਨੂੰ ਇਕੱਠੇ ਹੋਣਾ, ਪਰਿਵਾਰ ਨੇ, ਮਾਂ ਪਿਓ ਨੇ, ਤੇ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ। ਉਹ ਕਹਾਣੀਆਂ ਬੱਚਿਆਂ ਨੇ ਸੁਣਨੀਆਂ ਤੇ ਕਹਾਣੀਆਂ ਸੁਣਦਿਆਂ ਸੁਣਦਿਆਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਪਰ ਹੁਣ ਰਾਤ ਤਾਂ ਹੁਣ ਵੀ ਪੈਂਦੀ ਹੈ ਤੇ ਪਰਿਵਾਰ ਹੁਣ ਵੀ ਇਕੱਠਾ ਹੁੰਦਾ ਹੈ, ਪਰ ਪਵਾੜੇ ਦੀ ਜੜ ਸਾਰਿਆਂ ਦੀ ਜੇਬ ਵਿੱਚ ਪਈ ਹੈ। ਮਾਂ ਪਿਓ ਲਾਗੇ ਬੈਠੇ ਹੁੰਦੇ ਪਰ ਨਿਆਣੇ ਫੋਨ ਚਲਾਈ ਜਾਂਦੇ ਹੈ। ਬੜੀ ਸੱਚਾਈ ਹੈ। ਕੋਈ ਕਿਸੇ ਕੋ ਬਹਿ ਕੇ ਬਚਨ ਨਹੀਂ ਕਰਦੇ, ਕੋਈ ਗੱਲ ਨਹੀਂ ਸੁਣਦੇ। ਆ 2-4 ਸਿੰਘ ਸਾਡੇ ਨਾਲ ਦੇ ਬੜਾ ਕਹਿ ਕੇ ਫੋਨ ਦੀ ਆਦਤ ਹਟਾਈ, ਵੀ ਫੋਨ ਹੀ ਵੇਖੀ ਜਾਂਦੇ, ਫੋਨ ਹੀ ਵੇਖੀ ਜਾਂਦੇ, ਫੋਨ ਹੀ ਵੇਖੀ ਜਾਂਦੇ। ਸਿੱਖੀ ਦੇ ਘਟਣ ਦਾ ਇਹ ਵੀ ਇੱਕ ਕਾਰਨ ਹੈ, ਵਿਚਾਰ ਕਰਨੀ ਚਾਹੀਦੀ ਹੈ। ਇਹ ਵੀ ਇੱਕ ਕਾਰਨ ਹੈ ਵੀ ਇਕੱਠੇ ਹੋ ਕੇ ਪਰਿਵਾਰਾਂ ਵਿੱਚ ਕੋਈ ਗੁਰੂ ਸਾਹਿਬ ਦੇ ਬਚਨ ਨਹੀਂ ਕਰਦਾ, ਗੁਰੂ ਦੀਆਂ ਗੱਲਾਂ ਨਹੀਂ ਕਰਦੇ, ਤਾਈਓ ਫਿਰ ਬੱਚੇ ਜਿਹੜੇ ਆ ਉਹ ਇਸ ਪਾਸੇ ਉਤਸ਼ਾਹਿਤ ਨਹੀਂ ਹੁੰਦੇ। ਗੱਲਬਾਤ ਚੱਲ ਰਹੀ ਤੇ ਗੱਲਬਾਤ ਵਿੱਚੋਂ ਜਿਹੜਾ ਤੱਤ ਨਿਕਲਿਆ ਉਹ ਕੱਲ੍ਹ ਦੀ ਕਥਾ 'ਚ ਤੁਸੀਂ ਸੁਣਿਆ ਸੀ। ਸਿੱਖ ਗੱਲ ਕਰ ਰਹੇ ਆ ਆਪਸ ਵਿੱਚ ਬੈਠ ਕੇ ਕਿ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਫੇਰ ਹੀ ਗੁਰੂ ਉੱਤੇ ਭਰੋਸਾ ਰਹਿੰਦਾ ਹੈ। ਇਸ ਮਾਇਆ ਤੋਂ ਕੋਈ ਨਹੀਂ ਬਚਿਆ। ਜੇ ਗੁਰੂ ਕਿਰਪਾ ਕਰੇ ਤਾਂ ਹੀ ਮਾਇਆ ਤੋਂ ਬਚਿਆ ਜਾਂਦਾ। ਗੁਰੂ ਕੋਈ ਚਰਿੱਤਰ ਕਰੇ ਤੇ ਸਿੱਖ ਭਰਮ 'ਚ ਪੈ ਜਾਂਦਾ ਹੈ। ਗੁਰੂ ਕੋਈ ਕੌਤਕ ਕਰੇ ਤੇ ਸਿੱਖ ਭਰਮ 'ਚ ਪੈ ਜਾਂਦਾ ਹੈ। ਸਿੱਖ ਭਰਮ 'ਚ ਉਦੋਂ ਨਹੀਂ ਪੈਂਦਾ ਜਦੋਂ ਗੁਰੂ ਸਾਹਿਬ ਉਹਦੇ ਤੇ ਕਿਰਪਾ ਰੱਖਦੇ ਆ। ਬੜੀਆਂ ਬੜੀਆਂ ਐਸੀਆਂ ਘਟਨਾਵਾਂ ਨੇ, ਮੈਂ ਕੈਮਰੇ ਦੇ ਸਾਹਮਣੇ ਸੁਣਾ ਨਹੀਂ ਸਕਦਾ। ਕਿਹੋ ਜਿਹੀਆਂ ਘਟਨਾਵਾਂ ਤੇ ਸਿੱਖਾਂ ਨੇ ਆਪਣਾ ਦ੍ਰਿੜ ਭਰੋਸਾ ਰੱਖਿਆ ਜੀ, ਆਪਣਾ ਭਰੋਸਾ ਦ੍ਰਿੜ ਰੱਖਿਆ। ਭਾਈ ਗੁਰਦਾਸ ਜੀ ਕਹਿੰਦੇ ਆ
ਕਿ ਗੁਰੂ ਕੋਈ ਕੌਤਕ ਵਰਤਾਵੇ ਤੇ ਸਿੱਖ ਆਪਣਾ ਸਿਦਕ ਨਾ ਹਾਰੇ। ਨਾਲ ਦੇ ਸਿੱਖ ਕਹਿੰਦੇ ਭਾਈ ਗੁਰਦਾਸ ਜੀ ਗੱਲ ਤੇ ਤੁਹਾਡੀ ਠੀਕ ਹੈ, ਗੁਰੂ ਕੋਈ ਕੌਤਕ ਕਰੇ ਸਿੱਖ ਸਿਦਕ ਨਾ ਹਾਰੇ, ਪਰ ਸਿੱਖ ਸਿਦਕ ਹਾਰ ਜਾਂਦਾ ਹੈ, ਗੁਰੂ ਕਿਰਪਾ ਕਰੇ ਤਾਂ ਸਿਦਕ ਰਹਿੰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਸਿੱਖ ਨੂੰ ਵੀ ਚਾਹੀਦਾ ਆਪਣਾ ਸਿਦਕ ਨਾ ਹਾਰੇ। ਥੋੜੀ ਜੀ ਗੱਲ ਦਰੁਸਤ ਹੋਣ ਵਾਲੀ ਹੈ ਭਾਈ ਗੁਰਦਾਸ ਜੀ ਦੀ, ਥੋੜੀ ਜੀ। ਬਿਲਕੁਲ ਸਿੱਖ ਭਰੋਸਾ ਅਡੋਲ ਰੱਖੇ, ਪਰ ਭਰੋਸੇ ਵਾਸਤੇ ਵੀ ਗੁਰੂ ਸਾਹਿਬ ਜੀ ਦੀ ਮਿਹਰ ਮੰਗਣੀ ਹੈ। ਗੁਰਬਾਣੀ ਚ ਆਖਿਆ ਡੋਲਣ ਤੋਂ ਬਚਾਉਣਾ। ਤੁਸੀਂ ਆਖੋ ਮੈਂ ਨਹੀਂ ਡੋਲਾਂਗਾ, ਮੈਂ ਨਹੀਂ ਡੋਲਾਂਗਾ, ਮੈਂ ਨਹੀਂ ਡੋਲਾਂਗਾ, ਛੇਤੀ ਡੋਲ ਜਾਓਗੇ। ਤੇ ਜੇ ਅਰਦਾਸ ਕਰੋਗੇ ਗੁਰੂ ਜੀ ਮੈਨੂੰ ਨਾ ਡੋਲਣ ਦਿਓ, ਤੇ ਗੁਰੂ ਸਾਹਿਬ ਫਿਰ ਮਿਹਰ ਕਰਦੇ ਆ, ਕਦੀ ਡੋਲਣ ਨਹੀਂ ਦਿੰਦੇ। ਇਸੇ ਕਰਕੇ ਬਾਣੀ 'ਚ ਲਿਖਿਆ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਣ ਤੋਂ ਬਚਾਉਣਾ ਹੈ। ਭਾਈ ਗੁਰਦਾਸ ਜੀ ਨੇ ਪੰਕਤੀ ਸੁਣਾਈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਪੌੜੀ ਲਿਖੀ ਹੈ 35ਵੀਂ ਵਾਰ ਦੀ 20ਵੀਂ ਇਹ ਪੌੜੀ ਹੈ। 6 ਪੰਕਤੀਆਂ ਨੇ ਇਸ ਪੌੜੀ ਦੀਆਂ, ਮੈਂ 6ਾਂ ਦੇ ਅੱਖਰੀ ਅਰਥ ਕਰ ਦਿੰਦਾ। ਇਸ ਗੱਲ ਨੂੰ ਸਿੱਧ ਕਰਨ ਵਾਸਤੇ ਪਹਿਲਾਂ 5 ਗੱਲਾਂ ਭਾਈ ਗੁਰਦਾਸ ਜੀ ਨੇ ਆਖੀਆਂ। ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਧਾਰੇ। ਭਾਈ ਗੁਰਦਾਸ ਜੀ ਕਹਿੰਦੇ ਵੀ ਜੇ ਮਾਂ ਜਾਰਨੀ ਹੋਵੇ, ਬੱਚੇ ਨੂੰ ਪਤਾ ਹੋਵੇ ਵੀ ਮੇਰੀ ਮਾਂ ਦਾ ਕਿਸੇ ਪਰਾਏ ਪੁਰਸ਼ ਨਾਲ ਗਲਤ ਸੰਬੰਧ ਹੈ, ਪੁੱਤ ਮਾਂ ਦੀ ਨਿੰਦਿਆ ਨਾ ਕਰੇ। ਹੁੰਦਾ ਨਹੀਂ ਇਸ ਤਰ੍ਹਾਂ, ਪਰ ਭਾਈ ਗੁਰਦਾਸ ਜੀ ਲਿਖਦੇ ਆ ਮਤਲਬ ਇਹਨੂੰ ਜਰ ਕੇ ਰੱਖਣਾ। ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਧਾਰੇ, ਗਾਈ ਮਾਣਕ ਨਿਗਲਿਆ ਪੇਟ ਪਾੜ ਨਾ ਮਾਰੇ। ਗਾਈ ਨੇ ਕੋਈ ਮਾਣਕ ਨਿਗਲ ਲਿਆ, ਖਾ ਲਿਆ ਜੀ, ਉਹਦੇ ਅੰਦਰ ਚਲੇ ਗਿਆ। ਹੁਣ ਉਹ ਮਾਣਕ ਲੈਣ ਲਈ ਗਾਂ ਦਾ ਢਿੱਡ ਨਾ ਪਾੜ ਦੇਵੇ, ਭਾਵ ਗਾਂ ਨੂੰ ਨਾ ਮਾਰੇ। ਫਿਰ ਕੀ ਹੋਇਆ ਜੇ ਗਾਈ ਨੇ ਮਾਣਕ ਖਾ ਲਿਆ। ਜੇ ਪਿਰ ਬਹੁ ਘਰ ਹੰਡਣਾ ਸਤ ਰੱਖੈ ਨਾਰੇ। ਇਸਤਰੀ ਨੂੰ ਪਤਾ ਹੋਵੇ ਮੇਰਾ ਪਤੀ ਪਰਾਏ ਘਰ 'ਚ ਜਾ ਕੇ ਮੂੰਹ ਮਾਰਦਾ, ਪਰ ਇਸਤਰੀ ਸਤ ਰੱਖੇ, ਉਹ ਆਪਣੇ ਪਤੀ ਵਰਤਾ ਧਰਮ 'ਚ ਪੂਰੀ ਰਵੇ। ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ, ਰਾਜਾ ਭਾਵੇਂ ਧੱਕੇਸ਼ਾਹੀ ਕਰੇ, ਪਰ ਪਰਜਾ ਉਹਦੀ ਧੱਕੇਸ਼ਾਹੀ ਮੰਨੀ ਜਾਵੇ। ਭਾਵ ਰਾਜਾ ਹੁਕਮ ਚਲਾਵੇ, ਹੁਕਮ ਨਾ ਵੀ ਮੰਨਣ ਵਾਲਾ ਹੋਵੇ, ਨੌਕਰ ਉਹਦਾ ਹੁਕਮ ਮੰਨੇ। ਤੇ ਜੇ ਮਦ ਪੀਤਾ ਬਾਹਮਣੀ ਲੋਏ ਲੁੱਢਣ ਸਾਰੇ। ਜੇ ਕਿਤੇ ਬ੍ਰਾਹਮਣੀ ਸ਼ਰਾਬ ਪੀ ਲਵੇ ਨਾ, ਤੇ ਲੋਕ ਉਹਨੂੰ ਕੁਝ ਆਖਣ ਨਾ, ਲੋਕ ਆਖਣ ਨਾ, ਲੋਕ ਚੁੱਪ ਰਹਿਣ। ਚੁੱਪ ਰਹਿਣ ਦੀਆਂ ਗੱਲਾਂ ਨੇ। ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਧਾਰੇ, ਗਾਈ ਮਾਣਕ ਨਿਗਲਿਆ ਪੇਟ ਪਾੜ ਨਾ ਮਾਰੇ। ਜੇ ਪਿਰ ਬਹੁ ਘਰ ਹੰਡਣਾ ਸਤ ਰੱਖੈ ਨਾਰੇ, ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ। ਜੇ ਮਦ ਪੀਤਾ, ਮਦ ਸ਼ਰਾਬ ਨੂੰ ਕਹਿੰਦੇ ਆ, ਜੇ ਮਦ ਪੀਤਾ ਬਾਹਮਣੀ ਲੋਏ ਲੁੱਢਣ ਸਾਰੇ। ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਸੇ ਤਰ੍ਹਾਂ ਜੇ ਕੋਈ ਗੁਰੂ ਕੌਤਕ ਵਰਤਾਵੇ ਤੇ ਸਿੱਖ ਨੂੰ ਆਪਣਾ ਸਿਦਕ ਨਹੀਂ ਹਾਰਨਾ ਚਾਹੀਦਾ। ਸਿੱਖ ਨੂੰ ਸਿਦਕ ਮਜ਼ਬੂਤ ਰੱਖਣਾ ਚਾਹੀਦਾ। ਇਹ ਗੱਲ ਭਾਈ ਗੁਰਦਾਸ ਜੀ ਨੇ ਆਖੀ। ਗੁਰਸਿੱਖ ਕਹਿੰਦੇ ਭਾਈ ਗੁਰਦਾਸ ਜੀ ਗੱਲ ਠੀਕ ਹੈ, ਪਰ ਸਿਦਕ ਵੀ ਭਰੋਸੇ ਦੇ ਨਾਲ ਰਹੇਗਾ। ਗੁਰੂ ਤੇ ਭਰੋਸਾ ਤਾਂ ਹੀ ਵੱਜਦਾ ਤੇ ਗੁਰੂ ਕਿਰਪਾ ਕਰ ਦੇਵੇ। ਨਹੀਂ ਤੇ ਕਈ ਕੌਤਕ ਇਹੋ ਜਿਹੇ ਆ, ਸਾਧ ਸੰਗਤ ਦੀ ਬੰਦਾ ਵੇਖ ਕੇ ਭਰਮ 'ਚ ਪੈ ਜਾਂਦਾ। ਉਹ ਕਥਾ ਆਈ ਸੀਗੀ, ਤੁਸੀਂ ਸੁਣੀ ਨਾ,
ਸਿੱਖ ਆਇਆ ਕਾਂਸ਼ੀ ਚੋਂ ਤੇ ਉਹਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਇੱਕ ਹੱਥ 'ਚ ਬਾਜ ਹੈ ਤੇ ਦੂਜੇ 'ਚ ਬਟੇਰਾ ਹੈ, ਤੇ ਗੁਰੂ ਜੀ ਦਾ ਬਾਜ ਬਟੇਰੇ ਨੂੰ ਵੱਢ ਵੱਢ ਕੇ ਖਾਈ ਜਾਂਦੇ ਆ, ਬਟੇਰਾ ਤੜਪ ਰਿਹਾ ਹੈ। ਤੇ ਕਾਂਸ਼ੀ ਵਾਲਾ ਸਿੱਖ ਜਿਹੜਾ ਸੀ ਉਹਦੇ ਮਨ 'ਚ ਅਸ਼ਰਧਾ ਆ ਗਈ, ਇਹ ਕੀ ਕਰਨ ਦਾ ਇਹ ਗੁਰੂ ਸਾਹਿਬ, ਗੁਰੂ ਤੇ ਸ਼ੱਕ ਹੋ ਗਿਆ। ਮਤਲਬ ਭਾਈ ਗੁਰਦਾਸ ਜੀ ਨੇ ਕਿਹਾ ਵੀ ਸ਼ੱਕ ਨਾ ਪੈਦਾ ਹੋਣ ਦੇਵੇ। ਉਹਦੇ ਮਨ 'ਚ ਸ਼ੱਕ ਆਇਆ ਜੀ, ਆ ਜਾਂਦਾ, ਕਿਉਂ ਅਸੀਂ ਥੋੜੀ ਬੁੱਧੀ ਵਾਲੇ ਆ ਨਾ, ਥੋੜੀ ਬੁੱਧੀ ਵਾਲੇ ਆ। ਜਿੰਨਾ ਚਿਰ ਤੱਕ ਸਾਨੂੰ ਤੱਤ ਦਾ ਨਹੀਂ ਪਤਾ ਹੁੰਦਾ ਅਸੀਂ ਸ਼ੱਕ 'ਚ ਪਏ ਰਹਿੰਦੇ ਆ, ਸ਼ੱਕ 'ਚ ਪਏ ਰਹਿੰਦੇ ਆ। ਇਸੇ ਸ਼ੱਕ ਨੇ ਬੜੇ ਬੜੇ ਚੰਗੇ ਪੁਰਸ਼ਾਂ ਦੀਆਂ ਨਿੰਦਿਆਵਾਂ ਕਰਵਾਈਆਂ ਲੋਕਾਂ ਕੋਲੋਂ ਜੀ। ਮੱਤ ਥੋੜੀ ਹੈ, ਗੱਲ ਦਾ ਪਤਾ ਨਹੀਂ ਹੈ, ਸ਼ੱਕ ਕਰ ਬਹਿੰਦੇ ਆ। ਭਾਈ ਗੁਰਦਾਸ ਜੀ ਲਿਖਦੇ ਆ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਉਹ ਸਿੱਖ ਭਰਮ 'ਚ ਪੈ ਗਿਆ। ਗੁਰੂ ਸਾਹਿਬ ਨੇ ਦੱਸਿਆ ਭਰਮ ਨਾ ਕਰ, ਇਹ ਬਟੇਰਾ ਪਿਛਲੇ ਜਨਮ ਦਾ ਦੋਸ਼ੀ ਹੈ, ਬਾਜ ਉੱਤੇ ਕੀਤਾ ਸੀ ਧੱਕਾ, ਦੋਵੇਂ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਬਰਾਬਰ ਕਰ ਰਹੇ ਆ, ਤੇ ਤੂੰ ਸ਼ਾਂਤ ਰਹਿ। ਫਿਰ ਉਹਨੇ ਮਾਫੀ ਮੰਗੀ, ਮਹਾਰਾਜ ਮੈਂ ਤੇ ਭਰਮ 'ਚ ਹੀ ਪੈ ਗਿਆ ਸਾਂ। ਇਸ ਕਰਕੇ ਭਰਮ ਪੈਦਾ ਹੋ ਜਾਂਦਾ, ਚੇਤਾ ਰੱਖਿਓ। ਇਹਨਾਂ ਦੋ ਅੱਖਾਂ ਤੋਂ ਜੋ ਵੇਖਿਆ ਹੁੰਦਾ ਸਦਾ ਉਹ ਸੱਚ ਨਹੀਂ ਤੇ ਹੁੰਦਾ। ਫਿਰ ਗੱਲ ਸੁਣ ਲਓ, ਇਹਨਾਂ ਦੋ ਅੱਖਾਂ ਤੋਂ ਬੰਦੇ ਨੇ ਜੋ ਦੇਖਿਆ ਹੁੰਦਾ ਉਹ ਸਦਾ ਸੱਚ ਨਹੀਂ ਤੇ ਹੁੰਦਾ। ਕਈ ਵਾਰੀ ਇਹਦੇ ਵਿੱਚ ਵੀ ਜੋ ਵੇਖਿਆ ਹੁੰਦਾ ਉਹ ਝੂਠ ਵੀ ਹੁੰਦਾ ਹੈ ਜੀ। ਮੋਟੀ ਜੀ ਉਦਾਹਰਣ ਲੈ ਲਓ, ਆ ਬੱਚੇ ਮੂਵੀਆਂ ਵੇਖਦੇ, ਫਿਲਮਾਂ ਵੇਖਦੇ, ਸਭ ਸੱਚ ਹੈ ਜੀ, ਸਭ ਝੂਠ ਹੈ। ਇੱਕ ਹੀਰੋ ਇੱਕ ਵਿਲਨ ਹੁੰਦਾ, ਹਰ ਫਿਲਮ 'ਚ ਵਿਲਨ ਮਰਦਾ, ਪਰ ਜਿਹੜਾ ਵਿਲਨ ਹੁੰਦਾ ਤਾਂ ਜਿਉਂਦਾ ਜਾਗਦਾ ਹੈ ਨਾ, ਫਿਲਮ 'ਚ ਹੀ ਮਰਿਆ ਨਾ। ਅੱਖਾਂ ਨੇ ਵੇਖਿਆ ਪਰ ਉਹ ਪੂਰਾ ਸੱਚ ਨਹੀਂ ਹੈ। ਜੋ ਅੱਖਾਂ ਵੇਖ ਰਹੀਆਂ ਜ਼ਰੂਰੀ ਨਹੀਂ ਸੱਚ ਹੋਵੇ, ਸੱਚ ਉਹ ਹੈ ਜੋ ਇਹਦੇ ਪਿੱਛੇ ਹੈ। ਜੋ ਪਿੱਛੇ ਹੈ ਉਹ ਸੱਚ ਹੈ, ਜੋ ਸਾਹਮਣੇ ਵਰਤ ਰਿਹਾ ਕਈ ਵਾਰੀ ਉਹ ਸੱਚ ਨਹੀਂ ਹੁੰਦਾ ਜੀ। ਗੁਰਸਿੱਖਾਂ ਨੇ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ, ਭਾਈ ਗੁਰਦਾਸ ਜੀ ਬੰਦਾ ਭੁਲੇਖੇ 'ਚ ਪੈ ਜਾਂਦਾ, ਗੁਰੂ ਕਿਰਪਾ ਕਰੇ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਬੰਦਾ ਭਰੋਸਾ ਰੱਖੇ। ਮਹਾਰਾਜ ਨੇ ਗੱਲ ਸੁਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਭਾਈ ਗੁਰਦਾਸ ਜੀ 'ਚ ਬੀਜ ਮਾਤਰ ਇਹ ਗੱਲ ਠੀਕ ਕਰਨ ਵਾਲੀ ਹੈ। ਠੀਕ ਹੈ, ਮਹਾਰਾਜ ਨੇ ਸਾਂਗ ਵਰਤਾਇਆ। ਗੁਰੂ ਹਰਗੋਬਿੰਦ ਸਾਹਿਬ ਬੈਠੇ, ਕਹਿੰਦੇ ਜਾਓ ਭਾਈ ਦੱਸੋ ਵਧੀਆ ਘੋੜੇ ਕਿੱਥੋਂ ਮਿਲਦੇ ਆ। ਕਹਿੰਦੇ ਮਹਾਰਾਜ ਕਾਬਲ 'ਚੋਂ ਮਿਲਦੇ ਆ। ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ ਜੀ 50,000 ਮੋਹਰ ਲੈ ਜਾਓ ਚਾਂਦੀ ਦੀ। ਇੱਕ ਮੋਹਰ 10 ਗ੍ਰਾਮ ਦੀ ਵੀ ਹੋਵੇ ਤੇ ਕਿੱਥੇ ਗੱਲ ਪਹੁੰਚ ਜਾਂਦੀ ਜੀ। 50,000 ਚਾਂਦੀ ਦੀ ਮੋਹਰ ਲੈ ਜਾਓ ਤੇ ਘੋੜੇ ਖਰੀਦਣੇ ਆ। ਘੋੜੇ ਵੇਖੋ ਪਰਖੋ, ਵੇਖ ਪਰਖ ਕੇ ਸਾਡੇ ਕੋਲ ਭੇਜ ਦਿਓ, ਅਸੀਂ ਸਿੱਖ ਭੇਜਾਂਗੇ ਵੀ ਘੋੜਾ ਸਾਨੂੰ ਪਸੰਦ ਹੈ, ਫਿਰ ਮਾਇਆ ਦੇ ਦਿਓ। ਭਾਈ ਗੁਰਦਾਸ ਜੀ ਸਤ ਬਚਨ ਕਰਕੇ ਤੁਰ ਪਏ, ਨਾਲ ਸਿੱਖ ਲੈ ਲਏ। ਕਾਬਲ ਦੇ ਵਿੱਚ 2 ਘੋੜੇ ਵੇਖੇ ਜਿਹੜੇ ਬਹੁਤੇ ਹੀ ਸੋਹਣੇ ਸੀਗੇ। ਸੌਦਾਗਰ ਨਾਲ ਗੱਲ ਕੀਤੀ, ਸੌਦਾਗਰਾ ਇਹ ਘੋੜੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਅੰਮ੍ਰਿਤਸਰ ਭੇਜਣੇ ਆ, ਜੇ ਸਤਿਗੁਰੂ ਜੀ ਨੂੰ ਪਸੰਦ ਆ ਗਏ ਤਾਂ ਤੈਨੂੰ ਉਸੇ ਵੇਲੇ ਹੀ ਮਾਇਆ ਦੇ ਦਿਆਂਗੇ। ਸੌਦਾਗਰ ਕਹਿੰਦਾ ਗੁਰੂ ਸਾਹਿਬ ਦੀ ਗੱਲ ਹੈ, ਠੀਕ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਪਸੰਦ ਆ ਗਏ। ਸਿੱਖ ਭਾਈ ਗੁਰਦਾਸ ਜੀ ਨੂੰ ਕਹਿੰਦਾ, ਭਾਈ ਗੁਰਦਾਸ ਜੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਭੇਜਿਆ, ਮਹਾਰਾਜ ਨੂੰ ਘੋੜੇ ਪਸੰਦ ਆ ਗਏ ਆ, ਤੁਸੀਂ ਘੋੜਿਆਂ ਦਾ ਮੁੱਲ ਦੇ ਦਿਓ। ਭਾਈ ਗੁਰਦਾਸ ਜੀ ਨੇ ਸੌਦਾਗਰ ਸੱਦਿਆ, ਸੌਦਾਗਰ ਨੂੰ ਆਪਣੇ ਤੰਬੂ ਦੇ ਬਾਹਰ ਬਿਠਾਇਆ,
ਆਪ ਅੰਦਰ ਗਏ ਤੇ ਜਦੋਂ ਆਪ ਅੰਦਰ ਗਏ ਨਾ ਸੰਗਤ ਜੀ, ਤੇ ਤਾਲਾ ਖੋਲ ਕੇ ਮੋਹਰਾਂ ਕੱਢਣ ਲੱਗੇ ਤੇ ਗੁਰੂ ਜੀ ਨੇ ਵਰਤਾਤਾ ਸਵਾਂਗ। ਉਹ ਮੋਹਰਾਂ ਸਾਰੀਆਂ ਦੀ ਸਾਰੀਆਂ ਠੀਕਰਾਂ ਬਣ ਗਈਆਂ, ਠੀਕਰੀਆਂ ਬਣ ਗਈਆਂ। ਹੁਣ ਭਾਈ ਗੁਰਦਾਸ ਜੀ ਕਹਿੰਦੇ ਵੀ ਸੌਦਾਗਰ ਬੈਠਾ ਹੈ ਬਾਹਰ ਤੇ ਮੈਂ ਕਿਵੇਂ ਕਰਾਂ, ਇਹ ਤਾਂ ਠੀਕਰੀਆਂ ਨਿਕਲ ਆਈਆਂ। ਤੇ ਇਹ ਤੇ ਹੁਣ ਮੈਂ ਕਥਾ ਕਰਨ ਲੱਗਾ ਤੇ ਕਹਿਣ ਲੱਗਾ ਵੀ ਚਲੋ ਭਾਈ ਗੁਰਦਾਸ ਜੀ ਅਰਦਾਸ ਕਰ ਲੈਂਦੇ, ਅਸੀਂ ਹੁੰਦੇ ਅਸੀਂ ਕੀ ਕਰਨਾ ਸੀ। ਭਾਈ ਗੁਰਦਾਸ ਜੀ ਫਿਰ ਸੌਦਾਗਰ ਨੂੰ ਕਹਿੰਦੇ ਤੂੰ ਪਰਾਂ ਹੋ ਕੇ ਬਹਿ, ਗਿਣਨ ਲੱਗਿਆ ਸਮਾਂ ਲੱਗਣਾ। ਆਪ ਸੋਚਦੇ ਵੀ ਹੁਣ ਮੈਂ ਕੀ ਕਰਾਂ। ਸੌਦਾਗਰ ਨੇ ਕਹਿਣਾ ਪੈਸੇ ਕੱਢ, ਤੇ ਪੈਸੇ ਹੈ ਨਹੀਂ। ਅਸਲ 'ਚ ਮਹਾਰਾਜ ਨੇ ਕੌਤਕ ਵਰਤਾਤਾ, ਹੈ ਤੇ ਮੋਹਰਾਂ ਹੀ ਸੀ, ਭਾਈ ਗੁਰਦਾਸ ਜੀ ਨੂੰ ਠੀਕਰੀਆਂ ਵਿਖਦੀਆਂ ਸੀ। ਇਸੇ ਕਰਕੇ ਮੈਂ ਪਹਿਲਾਂ ਬੇਨਤੀ ਕੀਤੀ, ਜੋ ਦੋ ਅੱਖਾਂ ਤੋਂ ਵਿਖਦਾ ਸਦਾ ਸੱਚ ਨਹੀਂ ਹੁੰਦਾ, ਸਦਾ ਸੱਚ ਨਹੀਂ ਹੁੰਦਾ। ਇਹ ਗੁਰੂ ਹੀ ਮਿਹਰ ਕਰੇ ਗੱਲ ਸਮਝ ਆਉਂਦੀ, ਨਹੀਂ ਤਾਂ ਕਿੱਥੋਂ ਗੱਲ ਸਮਝ ਆਉਂਦੀ ਹੈ। ਭਾਈ ਗੁਰਦਾਸ ਜੀ ਉਹਨੂੰ ਬਿਠਾ ਕੇ ਬਾਹਰ ਤੇ ਆਪ ਪਾੜਿਆ ਪਿੱਛੋਂ ਤੰਬੂ ਤੇ ਚਲੇ ਗਏ ਕਾਂਸ਼ੀ ਵੱਲ ਨੂੰ ਜੀ, ਕਾਂਸ਼ੀ ਵੱਲ ਨੂੰ ਚਲੇ ਗਏ। ਤੇ ਭਾਈ ਗੁਰਦਾਸ ਜੀ ਆਪ ਤੇ ਕਾਂਸ਼ੀ ਨੂੰ ਚਲੇ ਗਏ। ਸੌਦਾਗਰ ਕਿੰਨਾ ਚਿਰ ਡੀਕਦਾ ਰਿਹਾ, ਉਹ ਅੰਦਰ ਆਇਆ, ਉਹਨੇ ਵੇਖਿਆ ਵੀ ਮੋਹਰਾਂ ਖਿਲ ਰਹੀਆਂ, ਉਹਨੂੰ ਮੋਹਰਾਂ ਹੀ ਵੇਖਦੀਆਂ ਸੀ, ਭਾਈ ਗੁਰਦਾਸ ਜੀ ਨੂੰ ਠੀਕਰੀਆਂ ਵੇਖਦੀਆਂ ਸੀ। ਮੋਹਰਾਂ ਖਿਲ ਰਹੀਆਂ ਪਈਆਂ, ਉਹਨੇ ਨਾਲ ਦੇ ਸਿੱਖਾਂ ਨੂੰ ਸੱਦਿਆ, ਉਹ ਵੀ ਕਹਿਣ ਵੀ ਭਾਈ ਗੁਰਦਾਸ ਜੀ ਕਿੱਥੇ ਚਲੇ ਗਏ ਆ। ਖੈਰ ਜਿੰਨੀਆਂ ਮੋਹਰਾਂ ਸੌਦਾਗਰ ਨੂੰ ਦੇਣੀਆਂ ਸੀ ਦਿੱਤੀਆਂ, ਬਾਕੀ ਮੋਹਰਾਂ ਇਕੱਠੀਆਂ ਕੀਤੀਆਂ, ਗੁਰੂ ਹਰਗੋਬਿੰਦ ਸਾਹਿਬ ਕੋਲ ਲੈ ਆਏ। ਤੇ ਭਾਈ ਗੁਰਦਾਸ ਜੀ ਤੰਬੂ ਪਿੱਛੋਂ ਪਾੜ ਕੇ ਤੇ ਤੁਰ ਪਏ ਕਾਂਸ਼ੀ ਵੱਲ ਨੂੰ। ਗੁਰੂ ਸਾਹਿਬ ਕੋ ਕਿਹੜੇ ਮੂੰਹ ਨਾ ਜਾਵਾਂ, ਕੀ ਮਹਾਰਾਜ ਨੂੰ ਕਵਾਂਗਾ ਵੀ ਮੋਹਰਾਂ ਨਹੀਂ ਦਿੱਤੀਆਂ, ਠੀਕਰੀਆਂ ਦੇ ਦਿੱਤੀਆਂ। ਭੁਲੇਖਾ ਪੈਦਾ ਹੋ ਗਿਆ। ਕੱਲ ਜਿਨ੍ਹਾਂ ਜਿਨ੍ਹਾਂ ਕਥਾ ਸੁਣੀ, ਮੈਂ ਬਹੁਤੇ ਪ੍ਰੇਮੀਆਂ ਨੂੰ ਪੁੱਛਿਆ, ਕਹਿੰਦੇ ਕੰਨਾਂ ਨੂੰ ਹੱਥ ਲੱਗ ਗਏ ਆ। ਜੇ ਏਡੇ ਵੱਡੇ ਸਿੱਖ ਉਹ ਵੀ ਭਰਮ 'ਚ ਪੈ ਸਕਦੇ, ਅਸੀਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ, ਅਸੀਂ ਤਾਂ ਹੈ ਹੀ ਕੁਛ ਨਹੀਂ ਸਾਧ ਸੰਗਤ ਜੀ। ਇੱਕ ਮਾਤਾ ਮੈਨੂੰ ਕਹਿਣ ਲੱਗੀ ਵੀ ਅਸੀਂ ਤਾਂ ਫਿਰ ਕੱਖ ਨਾ ਨਿਕਲੇ। ਮੈਂ ਕਿਹਾ ਮਾਤਾ ਸੱਚੀ ਗੱਲ ਹੈ, ਕੰਨਾਂ ਨੂੰ ਹੱਥ ਲੱਗ ਜਾਂਦੇ, ਬੰਦਾ ਕਰੇ ਤੇ ਕਰੇ ਕੀ। ਤੇ ਬਸ ਇਹ ਪ੍ਰਸੰਗ ਸੁਣ ਕੇ ਹੱਥ ਹੀ ਜੁੜਨੇ ਚਾਹੀਦੇ ਆ, ਤੇ ਇਹ ਕਹਿਣਾ ਚਾਹੀਦਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸੱਚੇ ਪਾਤਸ਼ਾਹ ਅਸੀਂ ਡੋਲਣ ਵਾਲੇ ਆ, ਤੁਸੀਂ ਕਿਰਪਾ ਕਰਕੇ ਹੱਥ ਰੱਖ ਦਿਓ, ਤੁਸੀਂ ਮਿਹਰ ਕਰਿਓ, ਤੁਸੀਂ ਕਿਰਪਾ ਕਰਿਓ, ਸਾਡੇ ਸਿਰ ਤੇ ਹੱਥ ਰੱਖ ਦਿਓ, ਸਾਡਾ ਬਚਾਅ ਹੋ ਜਾਏ। ਹੁਣ ਅੱਗੋਂ ਜੋ ਬਣਦੀ ਹੈ ਕਥਾ, ਉਹ ਤੁਸੀਂ ਅੱਜ ਬੜੇ ਪਿਆਰ ਨਾਲ ਸੁਣਨੀ ਹੈ। ਗੁਰੂ ਸਾਹਿਬ ਮਿਹਰ ਕਰਨ, ਅਰਦਾਸ ਕਰਿਆ ਕਰੋ, ਮਹਾਰਾਜ ਅਸੀਂ ਤੁਹਾਡੇ ਕੌਤਕ ਸਮਝ ਨਹੀਂ ਸਕਦੇ, ਤੁਸੀਂ ਕਿਰਪਾ ਕਰੋ ਸਾਨੂੰ ਤੁਹਾਡੇ ਕੌਤਕ ਸਮਝ ਆ ਜਾਣ। ਵਿਸਾਖੀ ਤੇ ਬਹੁਤਾ ਹੀ ਵੱਡਾ ਕੌਤਕ ਗੁਰੂ ਜੀ ਨੇ ਵਰਤਾਇਆ। ਬਹੁਤ ਸਾਰੇ ਸਿੱਖ ਭੱਜ ਗਏ ਵੀ ਇਹ ਤੇ ਧੌਣਾ ਹੀ ਵੱਢਣ ਲੱਗ ਪਏ ਆ। ਸੋ ਇਹਦੇ ਤੋਂ ਅੱਗੇ ਆਓ ਕਥਾ ਸੁਣੀਏ ਪਿਆਰ ਨਾਲ, ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਨਿਕਸਿਓ ਡੇਰਾ ਤਿਆਗ ਕਰ, ਹਿਮਰਿਤ ਥੀ ਤਿਸ ਕਾਲ। ਭਾਈ ਗੁਰਦਾਸ ਜੀ ਤੰਬੂ ਛੱਡ ਕੇ ਬਾਹਰ ਨਿਕਲੇ, ਤੇ ਜਦੋਂ ਬਾਹਰ ਗਏ ਆ, ਉਹ ਸਮੇਂ ਠੰਡ ਦੀ ਰੁੱਤ ਸੀ, ਠੰਡ ਦੀ ਜੀ, ਬਹੁਤੇ ਕੱਪੜੇ ਵੀ ਨਹੀਂ ਸੀ ਨਾਲ ਲਏ ਜੀ। ਹਾਂਜੀ। ਚਲਤ ਪੰਥ ਨਿਤ ਚਿਰਨ ਕਰ। ਫਿਰ ਕੋਈ ਘੋੜਾ ਵੀ ਨਹੀਂ ਨਾਲ ਲਿਆ ਜੀ, ਉਦਾਂ ਹੀ ਤੁਰੇ ਭਾਈ ਗੁਰਦਾਸ ਜੀ, ਪੈਦਲ ਹੀ ਤੁਰੇ ਜੀ ਉੱਥੋਂ। ਹਾਂਜੀ। ਸ਼ਰਮ ਕੋ ਲਹਿਤ ਵਿਸਾਲ। ਤੇ ਪੈਦਲ ਤੁਰਦਿਆਂ ਤੁਰਦਿਆਂ ਸਰੀਰ ਹੈ ਭਾਈ ਗੁਰਦਾਸ ਜੀ ਦਾ, ਵੈਸੇ ਸਰੀਰ ਬਜ਼ੁਰਗੀ ਵਾਲਾ ਸੀਗਾ, ਤੇ ਥੱਕ ਜਾਂਦੇ ਸੀਗੇ ਜੀ ਉਹ। ਹਾਂਜੀ।
ਚੌਪਈ ਅਧਿਕ ਬਸਤਰ ਬਿਨ ਸੀਤ ਨ ਜਾਵੇ। ਕੱਪੜੇ ਥੋੜੇ ਆ ਤੇ ਠੰਡ ਜ਼ਿਆਦਾ ਹੈ। ਕੱਪੜੇ ਤਨ ਤੇ ਥੋੜੇ ਪਾਏ ਆ, ਕੱਪੜਿਆਂ ਦੀ ਵੀ ਲੋੜ ਹੈ। ਹਾਂਜੀ। ਹੁਤੋ ਜੋ ਢਿਗ ਤੇ ਕੌਣ ਉਠਾਵੇ। ਤੇ ਜੇ ਨਾਲ ਕੱਪੜੇ ਲੈ ਲੈਂਦੇ ਤੇ ਚੁੱਕਣ ਵਾਲਾ ਕੋਈ ਨਹੀਂ ਹੈਗਾ। ਸਰੀਰ ਬਜ਼ੁਰਗ ਹੈਗਾ ਜੀ। ਹਾਂਜੀ। ਕਿਤ ਭੋਜਨ ਪ੍ਰਾਪਤ ਕਿਤ ਨਾਹੀ। ਹੁਣ ਭੇਖ ਬਦਲਿਆ ਭਾਈ ਗੁਰਦਾਸ ਜੀ ਨੇ। ਕਿਤੋਂ ਭੋਜਨ ਛਕਣ ਨੂੰ ਮਿਲ ਜਾਂਦਾ, ਕਿਤੋਂ ਨਹੀਂ ਵੀ ਮਿਲਦਾ ਜੀ। ਹਾਂਜੀ। ਨਿਤ ਪ੍ਰਤ ਗਮਨਤ ਮਾਰਗ ਮਾਹੀ। ਹਰ ਰੋਜ਼ ਚੱਲਦੇ ਹੀ ਜਾਂਦੇ ਆ, ਤੁਰੀ ਜਾਂਦੇ ਆ, ਤੁਰੀ ਜਾਂਦੇ। ਉਹ ਸਮੇਂ ਹੀ ਇਹੋ ਜਿਹੇ ਸੀ, ਤੁਰਨਾ ਹੀ ਪੈਂਦਾ ਸੀ ਸਾਧ ਸੰਗਤ ਜੀ। ਤੁਰ ਕੇ ਹੀ ਸਫ਼ਰ ਹੁੰਦੇ ਸੀਗੇ। ਤੁਰੀ ਜਾਂਦੇ ਭਾਈ ਗੁਰਦਾਸ ਜੀ। ਮਹਾ ਖੇਦ ਤੇ ਦੁਰਲਭ ਹੋਇਓ। ਛਕਣ ਨੂੰ ਕਿਤੇ ਕਿਤੇ ਮਿਲਦਾ, ਠੰਡ ਜ਼ਿਆਦਾ ਹੈ, ਕੱਪੜੇ ਕੋਲ ਨਹੀਂ ਜ਼ਿਆਦਾ, ਤੁਰਨਾ ਜ਼ਿਆਦਾ ਪੈਂਦਾ, ਸਰੀਰ ਨੂੰ ਖੇਦ ਜ਼ਿਆਦਾ, ਖੇਚਲ ਜ਼ਿਆਦਾ ਹੋਈ ਤੇ ਸਰੀਰ ਕਮਜ਼ੋਰ ਹੋ ਗਿਆ ਭਾਈ ਗੁਰਦਾਸ ਜੀ ਦਾ ਜੀ। ਹਾਂਜੀ। ਨਹਿ ਆਗੇ ਅਸ ਸੰਕਟ ਜੋਇਓ। ਪਹਿਲਾਂ ਕਦੀ ਇਹੋ ਜਿਹਾ ਸਮਾਂ ਨਹੀਂ ਸੀ ਬਣਿਆ। ਬੜਾ ਸਤਿਕਾਰ ਸੀ ਭਾਈ ਗੁਰਦਾਸ ਜੀ ਦਾ, ਬਹੁਤ ਸਤਿਕਾਰ ਹੈ ਭਾਈ ਗੁਰਦਾਸ ਜੀ ਦਾ ਜੀ। ਪਹਿਲਾਂ ਕਦੀ ਇਹੋ ਜਿਹਾ ਮੌਕਾ ਹੀ ਨਹੀਂ ਸੀ ਬਣਿਆ। ਹਾਂਜੀ। ਪਾਏ ਨ ਪਰੇ ਫਾਲ ਰੇ ਘਨੇ। ਤੇ ਪੈਰਾਂ ਵਿੱਚ ਚੱਲ ਚੱਲ ਕੇ ਛਾਲੇ ਪੈ ਗਏ ਜੀ। ਹਾਂਜੀ। ਚਲਤ ਪੰਥ ਨਿਤ ਸ਼ਰਮ ਕੇ ਸਨੇ। ਹਰ ਰੋਜ਼ ਤੁਰਦਿਆਂ ਸਫ਼ਰ ਕਰਦਿਆਂ ਬੜੀ ਥਕਾਵਟ ਹੋ ਗਈ ਜੀ ਭਾਈ ਗੁਰਦਾਸ ਜੀ ਨੂੰ। ਹਾਂਜੀ। ਨੀਠ ਨੀਠ ਕਰ ਪ੍ਰਾਪਤ ਹੋਵਾ। ਹੌਲੀ ਹੌਲੀ ਚਲਦਿਆਂ ਚਲਦਿਆਂ ਕਿਤਕ ਦਿਵਸ ਮੈਂ ਸ਼ਿਵਪੁਰ ਜੋਵਾ। ਕਈ ਦਿਨ ਲੱਗੇ ਜੀ ਭਾਈ ਗੁਰਦਾਸ ਜੀ ਨੇ। ਭੇਖ ਬਦਲਿਆ ਸੀ, ਕੱਪੜੇ ਥੋੜੇ ਸੀ, ਇਕੱਲੇ ਹੀ ਜੀ। ਜਿਨ੍ਹਾਂ ਦੇ ਨਾਲ ਹਰ ਸਮੇਂ 2-4 ਸਿੱਖ ਹੁੰਦੇ। ਧੰਨ ਭਾਈ ਗੁਰਦਾਸ ਜੀ ਸਰੀਰ ਕਰਕੇ ਇਕੱਲੇ ਨੇ। ਅਸਲ 'ਚ ਭਾਈ ਗੁਰਦਾਸ ਜੀ ਰਾਹੀਂ ਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਆ। ਆਪਣੇ ਉੱਤੇ ਮਾਣ ਨਹੀਂ ਕਰਨਾ, ਗੁਰੂ ਦੀ ਮਿਹਰ ਦਾ ਆਸਰਾ ਤੱਕਣਾ। ਕਰਦਿਆਂ ਕਰਦਿਆਂ ਕਾਂਸ਼ੀ 'ਚ ਪਹੁੰਚੇ। ਭਾਈ ਗੁਰਦਾਸ ਜੀ ਕਾਂਸ਼ੀ 'ਚ ਕਿਉਂ ਗਏ? ਕਿਉਂਕਿ ਉੱਥੇ ਪਹਿਲਾਂ ਵੀ ਰਹਿ ਕੇ ਆਏ ਸੀਗੇ। ਹਾਂਜੀ। ਕਿਸ ਥਲ ਜਾਏ ਕੀਨ ਬਿਸਰਾਮੂ। ਇੱਕ ਥਾਂ ਤੇ ਜਾ ਕੇ ਆਰਾਮ ਕੀਤਾ, ਕਾਂਸ਼ੀ ਦੇ ਵਿੱਚ ਜਾ ਕੇ। ਤਹਿ ਗੁਰ ਸੰਗਤ ਕੀ ਬਹੁ ਧਾਮੂ। ਹੁਣ ਕਾਂਸ਼ੀ ਦੇ ਵਿੱਚ ਇੱਕ ਪਾਸੇ ਗੁਰੂ ਜੀ ਦੇ ਸਿੱਖਾਂ ਦੇ ਬੜੇ ਘਰ ਸਨ ਜੀ। ਬੜੇ ਸਿੱਖ ਗੁਰੂ ਦੇ ਕਾਂਸ਼ੀ ਦੇ ਵਿੱਚ ਰਹਿੰਦੇ ਸਨ। ਜੋ ਸਿੱਖ ਦਰਸ਼ਨ ਕੇ ਹਿਤ ਆਏ। ਹਾਂਜੀ। ਤਿਨਹੁ ਪਛਾਨ ਲੀਨ ਹਰ ਖਾਏ। ਕੁਝ ਸਿੱਖਾਂ ਨੇ ਪਛਾਣ ਲਿਆ, ਇਹ ਤੇ ਭਾਈ ਗੁਰਦਾਸ ਜੀ ਨੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਜਾਨੀ ਮਾਨੀ ਹਸਤੀ ਹੈ। ਸਤਿਕਾਰ ਕਰਦੇ ਭਾਈ ਗੁਰਦਾਸ ਜੀ, ਸਦਾ ਗੁਰੂ ਜੀ ਦੇ ਲਾਗੇ ਰਹਿੰਦੇ ਆ। ਕਿਹੜਾ ਸਿੱਖ ਸੀ ਜਿਹੜਾ ਭਾਈ ਗੁਰਦਾਸ ਜੀ ਨੂੰ ਨਹੀਂ ਜਾਣਦਾ ਜੀ? ਸਿੱਖਾਂ ਨੇ ਪਛਾਣ ਲਿਆ, ਇਹ ਤਾਂ ਭਾਈ ਗੁਰਦਾਸ ਜੀ ਨੇ। ਹਾਂਜੀ। ਸਭਨ ਜੋਰ ਕਰ ਸੇਵਾ ਠਾਨੀ। ਉਸੇ ਵੇਲੇ ਸਾਰਿਆਂ ਨੇ ਹੱਥ ਜੋੜ ਲਏ ਤੇ ਮੱਥਾ ਟੇਕਿਆ। ਧੰਨੋ ਭਾਈ ਸਾਹਿਬ ਜੀ, ਤੁਸੀਂ ਧੰਨੋ, ਇਸ ਨਗਰੀ 'ਚ ਆਏ, ਸਾਨੂੰ ਤੁਹਾਡੇ ਦਰਸ਼ਨ ਹੋ ਰਹੇ ਆ। ਹਾਂਜੀ। ਚਰਨ ਪਖਾਰੇ ਤਾਤੇ ਪਾਨੀ। ਤੇ ਠੰਡ ਦਾ ਸਮਾਂ ਸੀ। ਜਦੋਂ ਪਤਾ ਲੱਗਾ ਨਾ ਇਹ ਭਾਈ ਗੁਰਦਾਸ ਜੀ ਨੇ, ਉਸੇ ਵੇਲੇ ਪਾਣੀ ਗਰਮ ਕਰਕੇ ਚਰਨ ਧਵਾਏ ਜੀ ਉਹਨਾਂ ਦੇ ਜੀ। ਹਾਂਜੀ। ਚਾਪਤ ਹੈ ਚਿਤ ਚੌਂਪ ਕਰਨ ਤੇ। ਬਹੁਤ ਹੀ ਪਿਆਰ ਨਾਲ ਸਿੱਖਾਂ ਨੇ ਭਾਈ ਗੁਰਦਾਸ ਜੀ ਦੀ ਫਿਰ ਸੇਵਾ ਸ਼ੁਰੂ ਕੀਤੀ। ਉਹਨਾਂ ਦੇ ਮੁੱਠੀ ਚਾਪੀ ਕਰਦੇ ਆ ਜੀ। ਹਾਂਜੀ। ਸਵਾਦਲ ਭੋਜਨ ਕਰ ਅਚਵੰਤੇ। ਤੇ ਗੱਲ ਤੇ ਆਪਣਿਆਂ ਦੀ ਹੁੰਦੀ ਜੀ। ਕਿੱਥੇ ਰਸਤੇ 'ਚ ਥੋੜਾ ਥੋੜਾ ਭੋਜਨ ਮਿਲਦਾ ਸੀ। ਜਦੋਂ ਕਾਂਸ਼ੀ 'ਚ ਪਹੁੰਚੇ, ਸਿੱਖਾਂ ਨੇ ਕਈ ਤਰ੍ਹਾਂ ਦੇ ਭੋਜਨ ਛਕਾਏ ਭਾਈ ਗੁਰਦਾਸ ਜੀ ਨੂੰ। ਹਾਂਜੀ। ਜੋ ਤਬ ਹੁਤੋ ਪੂਰੀ ਮਹਿਪਾਲਾ। ਉਸ ਨਗਰ ਕਾਂਸ਼ੀ ਦਾ ਜਿਹੜਾ ਰਾਜਾ ਸੀ ਨਾ, ਰਾਜਾ, ਸਿੱਖ ਗੁਰੂ ਕੋ ਪ੍ਰੀਤ ਬਿਸਾਲਾ। ਉਹ ਵੀ ਸਿੱਖ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਵੀ ਸਿੱਖ ਸੀਗਾ ਜੀ। ਗੁਰੂ ਘਰ ਵਿੱਚ ਉਹਦਾ ਬੜਾ ਪਿਆਰ ਸੀਗਾ। ਗੁਰੂ ਹਰਗੋਬਿੰਦ ਸਾਹਿਬ ਨਾਲ ਬੜਾ ਉਹ ਪਿਆਰ ਕਰਦਾ ਸੀਗਾ। ਹਾਂਜੀ। ਸੁਨ ਮਹਿਮਾ ਇਸ ਕੀ ਬੁਲਵਾਇਓ। ਉਹਨਾਂ ਨੂੰ ਪਤਾ ਲੱਗਾ ਵੀ ਭਾਈ ਗੁਰਦਾਸ ਜੀ ਕਾਂਸ਼ੀ 'ਚ ਆਏ ਆ।
ਤੇ ਰਾਜੇ ਨੇ ਉਸੇ ਵੇਲੇ ਬੰਦੇ ਭੇਜੇ ਵੀ ਜਾਓ ਭਾਈ ਗੁਰਦਾਸ ਜੀ ਨੂੰ ਸੱਦ ਕੇ ਲੈ ਕੇ ਆਓ। ਹਾਂਜੀ, ਕਹਿ ਉਚਾਸਨ ਪਰ ਬੈਠਾਇਓ। ਆਪਣੇ ਤੋਂ ਵੀ ਉੱਚੀ ਥਾਂ ਤੇ ਭਾਈ ਗੁਰਦਾਸ ਜੀ ਨੂੰ ਬਿਠਾਇਆ ਜੀ। ਹੁਣ ਕਿਸੇ ਨੂੰ ਨਹੀਂ ਨਾ ਪਤਾ ਵੀ ਵਿੱਚ ਕੀ ਗੱਲ ਹੈ। ਸਾਰਿਆਂ ਲਈ ਤਾਂ ਭਾਈ ਗੁਰਦਾਸ ਜੀ ਹੈ ਹੀ ਪੂਜਣਯੋਗ, ਸਾਡੇ ਲਈ ਆ ਜਾਣ ਅਸੀਂ ਵੀ ਮੱਥਾ ਟੇਕਾਂਗੇ। ਇਹ ਤੇ ਸਿਰਫ ਇੱਕ ਮਹਾਰਾਜ ਨੇ ਸਮਝਾਉਣਾ ਹੈ ਜੀ, ਭਾਈ ਗੁਰਦਾਸ ਜੀ ਦੇ ਰਾਹੀਂ ਸਮਝਾਇਆ। ਇਹ ਗੱਲ ਕੋਈ ਹੋਰ ਸਿੱਖ ਦੇ ਮੂੰਹੋਂ ਵੀ ਮਹਾਰਾਜ ਕਢਾ ਸਕਦੇ ਸੀ। ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਕਹੀ ਵੀ ਸਿੱਖ ਭਰੋਸਾ ਕਾਇਮ ਰੱਖੇ, ਇਹ ਗੱਲ ਕਿਸੇ ਹੋਰ ਸਿੱਖ ਦੇ ਮੂੰਹੋਂ ਵੀ ਕਢਾ ਸਕਦੇ ਸੀ। ਪਰ ਜਿੰਨੇ ਮਹਾਨ ਸਿੱਖ ਦੇ ਮੂੰਹੋਂ ਕਢਾਈ, ਓਨੀ ਮਹਾਨ ਸਾਖੀ ਬਣਨੀ ਹੈ, ਓਨੀ ਮਹਾਨ ਸਿੱਖਿਆ ਵੀ ਸਾਨੂੰ ਮਿਲਣੀ ਹੈ ਨਾ ਜੀ। ਭਾਈ ਗੁਰਦਾਸ ਜੀ ਨੂੰ ਉਹਨੇ ਆਪਣੇ ਤੋਂ ਵੀ ਉੱਚੀ ਥਾਂ ਤੇ ਬਿਠਾਇਆ। ਬੂਝਤ ਭਇਓ ਗੁਰੂ ਕੀ ਗਾਥਾ। ਕਹਿੰਦਾ ਭਾਈ ਗੁਰਦਾਸ ਜੀ ਸੁਣਾਓ, ਗੁਰੂ ਸਾਹਿਬ ਦੀ ਕਥਾ ਸੁਣਾਓ, ਸਾਨੂੰ ਗੁਰੂ ਸਾਹਿਬ ਦੀ ਗੱਲ ਸੁਣਾਓ। ਹਾਂਜੀ, ਤਬ ਗੁਰਦਾਸ ਭਨੀ ਨ੍ਰਿਪ ਸਾਥਾ। ਤੇ ਫਿਰ ਭਾਈ ਗੁਰਦਾਸ ਜੀ ਨੇ ਰਾਜੇ ਨੂੰ ਗੁਰੂ ਸਾਹਿਬ ਜੀ ਦੀ ਕਥਾ ਸੁਣਾਈ। ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਤੇ ਇੱਕ ਤੇ ਤੁਸੀਂ ਗੱਜ ਕੇ ਨਹੀਂ ਤੇ ਕਹਿੰਦੇ, ਗੱਜ ਕੇ ਆਖੋ ਵਾਹਿਗੁਰੂ। ਕਥਾ ਸੁਣਾਈ ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਜੀ ਦੀ। ਹਾਂਜੀ, ਸਤਿਗੁਰ ਥਿਰੇ ਸੁਦਾਸਰ ਰਾਜੈ। ਤੇ ਦੱਸਿਆ ਰਾਜਾ ਜੀ ਇਸ ਸਮੇਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਵਿੱਚ ਸੁਭਾਏਮਾਨ ਹਨ। ਹਾਂਜੀ, ਜਪੇ ਨਾਮ ਦਰਸ਼ਨ ਦੁਖ ਭਾਂਜੈ। ਭਾਈ ਗੁਰਦਾਸ ਜੀ ਕਹਿੰਦੇ ਰਾਜਾ ਜੀ ਮੈਂ ਕੀ ਦੱਸਾਂ, ਜਿਹੜਾ ਗੁਰੂ ਜੀ ਨੂੰ ਕਰਦਾ ਯਾਦ ਤੇ ਗੁਰੂ ਜੀ ਦਾ ਜਪਦਾ ਨਾਮ, ਉਹਦੇ ਸਭ ਦੁੱਖ ਭੱਜ ਜਾਂਦੇ ਐ। ਪਿਆਰ ਨਾਲ ਸਾਰੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਨਿਜ ਬਾਣੀ ਮੈਂ ਗੁਰ ਜਸ ਗਾਇਓ। ਫਿਰ ਆਪਣੀ ਪੰਕਤੀਆਂ ਸੁਣਾਈਆਂ ਜੀ। ਭਾਈ ਗੁਰਦਾਸ ਜੀ ਨੇ ਬਾਣੀ ਸੁਣਾਈ ਜਿਹੜੀ ਉਹਨਾਂ ਰਚੀ ਸੀ, ਉਹਦੇ ਚ ਗੁਰੂ ਸਾਹਿਬ ਦੀਆਂ ਸਿਫਤਾਂ ਸੁਣਾਈਆਂ ਜੀ। ਹਾਂਜੀ, ਕਹਿ ਬਹੁ ਬਿਦ ਮਹਿਪਾਲ ਸੁਨਾਇਓ। ਰਾਜੇ ਨੂੰ ਬੜੇ ਤਰੀਕੇ ਨਾਲ ਛੇਵੇਂ ਪਾਤਸ਼ਾਹ ਦੀਆਂ ਸਿਫਤਾਂ ਸੁਣਾਈਆਂ। ਦੱਸਿਆ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਚੱਲੇ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਰਾਜੇ ਨੂੰ ਗੁਰੂ ਸਾਹਿਬ ਦੀਆਂ ਮਹਿਮਾ ਸੁਣਾਈਆਂ, ਸਿਫਤਾਂ ਸੁਣਾਈਆਂ। ਹਾਂਜੀ, ਸੁਨ ਹਰਖਿਓ ਸ਼ੁਭ ਥਾਨ ਉਤਾਰਾ। ਰਾਜਾ ਬੜਾ ਖੁਸ਼ ਹੋਇਆ ਜੀ, ਖੁਸ਼ ਹੋਇਆ। ਉਹਨੇ ਉਸੇ ਵੇਲੇ ਵਧੀਆ ਪ੍ਰਬੰਧ ਕਰ ਦਿੱਤੇ ਭਾਈ ਗੁਰਦਾਸ ਜੀ ਦੇ ਜੀ। ਬਹੁਤ ਸੋਹਣਾ ਇੱਕ ਆਸਣ, ਇੱਕ ਵਧੀਆ ਮਹਿਲ ਵਿੱਚ ਭਾਈ ਗੁਰਦਾਸ ਜੀ ਦਾ ਆਸਣ ਲਵਾਇਆ ਜੀ। ਹਾਂਜੀ, ਪੁਨ ਗੁਰ ਸਿੱਖਨ ਨ੍ਰਿਪਹਿ ਉਚਾਰਾ। ਤੇ ਫਿਰ ਭਾਈ ਗੁਰਦਾਸ ਜੀ ਦਾ ਉਤਾਰਾ ਕਰਵਾਇਆ। ਰਾਜੇ ਨੇ ਸਿੱਖਾਂ ਨੂੰ ਕਿਹਾ ਰਾਮਦਾਸ ਗੁਰ ਅਰਜਨ ਪਾਸ। ਹਾਂਜੀ, ਰਹਿਤ ਭਇਓ ਪੂਰਬ ਗੁਰਦਾਸ। ਸਿੱਖਾਂ ਨੇ ਰਾਜੇ ਨੂੰ ਕਿਹਾ, ਸਿੱਖਾਂ ਨੇ ਰਾਜਾ ਜੀ ਭਾਈ ਗੁਰਦਾਸ ਜੀ ਬੜੇ ਮਹਾਨ ਨੇ। ਕਿਉਂ? ਭਾਈ ਗੁਰਦਾਸ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਭਤੀਜੇ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਮਰਦਾਸ ਜੀ ਨਾਲ ਰਿਸ਼ਤੇਦਾਰੀ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੇ ਇਹਨਾਂ ਨੇ ਦਰਸ਼ਨ ਕੀਤੇ ਹੈ। ਹਾਂਜੀ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ। ਨਿਰੇ ਦਰਸ਼ਨ ਹੀ ਨਹੀਂ ਕੀਤੇ, ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਨੇ ਜੀ। ਮਾਮਾ ਜੀ ਲੱਗਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਰਹਿ ਰਹੇ ਆ ਜੀ। ਹਾਂਜੀ, ਰਿਸ਼ਤੇਦਾਰੀ ਤਾਂ ਛੇਵੇਂ ਪਾਤਸ਼ਾਹ ਨਾਲ ਵੀ ਹੋ ਗਈ ਨਾ ਜੀ। ਫਿਰ ਦੀ ਜਿੱਥੇ ਸਿੱਖ ਨੇ ਉੱਥੇ ਰਿਸ਼ਤੇਦਾਰ ਵੀ ਨੇ। ਪਰ ਸੰਗਤ ਜੀ
ਧੰਨ ਨੇ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਨੇ ਕਦੀ ਵੀ ਆਪਣੇ ਆਪ ਨੂੰ ਗੁਰੂ ਦਾ ਰਿਸ਼ਤੇਦਾਰ ਨਹੀਂ ਸਮਝਿਆ, ਗੁਰੂ ਜੀ ਦਾ ਸਿੱਖ ਹੀ ਸਮਝਿਆ ਜੀ। ਇਹ ਨਹੀਂ ਕਿਹਾ ਵੀ ਗੁਰੂ ਅਰਜਨ ਦੇਵ ਜੀ ਮੇਰੇ ਭਣੇਵੇਂ ਨੇ ਜੀ, ਨਹੀਂ। ਗੁਰੂ ਅਰਜਨ ਦੇਵ ਜੀ ਦਾ ਗੁਰੂਆਂ ਵਾਲਾ ਹੀ ਸਤਿਕਾਰ ਕੀਤਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂਆਂ ਵਾਲਾ ਹੀ ਸਤਿਕਾਰ ਕੀਤਾ ਜੀ। ਲੱਭਦੇ ਆ ਇਹੋ ਜਿਹੇ ਸਿੱਖ ਜੀ, ਬਹੁਤ ਮੁਸ਼ਕਲ ਹੈ ਜੀ। ਹਾਂਜੀ। ਅਬ ਸ਼੍ਰੀ ਹਰਗੋਬਿੰਦ ਬਹੁ ਸੇਵਾ। ਕਹਿੰਦੇ ਵੇਖੋ ਗੁਰੂ ਅਮਰਦਾਸ ਜੀ ਦੇ ਦਰਸ਼ਨ, ਗੁਰੂ ਰਾਮਦਾਸ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਰਹੇ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਸੇਵਾ ਕਰਦੇ ਆਏ। ਹਾਂਜੀ। ਮਹਿਮਾ ਇਸ ਕੀ ਸਮ ਗੁਰਦੇਵਾ। ਸਿੱਖਾਂ ਨੇ ਤੇ ਇੱਥੋਂ ਤੱਕ ਰਾਜੇ ਨੂੰ ਕਿਹਾ, ਰਾਜਾ ਜੀ ਭਾਈ ਗੁਰਦਾਸ ਜੀ ਦੀ ਮਹਿਮਾ ਵੀ ਗੁਰੂ ਸਾਹਿਬਾਂ ਵਾਲੀ ਹੈ। ਹਾਂਜੀ। ਗੁਰੂ ਸਮੀਪੀ ਇਹ ਚਿਰ ਕਾਲੂ। ਕਿਉਂ? ਲੰਮੇ ਸਮੇਂ ਤੋਂ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਨਾਲ ਰਹੇ ਆ। ਵੇਖੋ ਨਾ ਜੀ, ਬਚਪਨ ਤੋਂ ਹੀ ਗੁਰੂ ਜੀ ਦੀ ਸੰਗਤ ਜੀ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ, ਗੁਰੂ ਰਾਮਦਾਸ ਜੀ ਦੇ ਖੁੱਲੇ ਦਰਸ਼ਨ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਖੁੱਲੇ ਦਰਸ਼ਨ। ਗੁਰੂ ਅਰਜਨ ਦੇਵ ਜੀ ਨੇ ਮੁਖੋਂ ਬਾਣੀ ਉਚਾਰਨੀ ਤੇ ਭਾਈ ਗੁਰਦਾਸ ਜੀ ਨੇ ਬਾਣੀ ਲਿਖਣੀ ਜੀ। ਗੁਰੂ ਹਰਗੋਬਿੰਦ ਸਾਹਿਬ ਦੇ ਖੁੱਲੇ ਦਰਸ਼ਨ, ਕਿੰਨੀ ਵੱਡੀ ਗੱਲ ਹੈਗੀ ਜੀ। ਹਾਂਜੀ। ਕਰਵਾਏ ਕਹਿ ਸਿੱਖ ਨਿਹਾਲੂ। ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿ ਕੇ ਨਾ ਭਾਈ ਗੁਰਦਾਸ ਜੀ ਨੇ ਪਤਾ ਨਹੀਂ ਕਿੰਨੇ ਕੁ ਸਿੱਖ ਨਿਹਾਲ ਕਰਵਾਏ ਆ। ਹਾਂਜੀ। ਇਤਿਆਦਿਕ ਮਹਿਮਾ ਸੁਨ ਭਾਰੀ। ਇਸ ਤਰੀਕੇ ਨਾਲ ਰਾਜੇ ਨੇ ਬੜੀ ਸਿਫਤ ਸੁਣੀ ਜੀ, ਭਾਈ ਗੁਰਦਾਸ ਜੀ ਦੀ ਬੜੀ ਸਿਫਤ ਸੁਣੀ। ਤੁਸੀਂ ਵੀ ਕਹੋ ਧੰਨ ਭਾਈ ਗੁਰਦਾਸ ਜੀ, ਧੰਨ ਭਾਈ ਗੁਰਦਾਸ, ਧੰਨ ਭਾਈ ਗੁਰਦਾਸ ਜੀ, ਧੰਨ ਭਾਈ ਗੁਰਦਾਸ ਜੀ। ਭਰਮ ਨਹੀਂ ਕਰਨਾ, ਇਹ ਨਹੀਂ ਸੋਚਣਾ ਕਿ ਲਓ ਜੀ ਭਾਈ ਗੁਰਦਾਸ ਜੀ ਨੇ ਇੰਜ ਕਿਉਂ ਕਹਿਤਾ ਤੇ ਇੰਜ ਹੋ ਗਿਆ ਤੇ ਤੰਬੂ ਕਿਉਂ ਪਾੜਿਆ। ਇਹ ਤੇ ਗੁਰੂ ਅਰਜਨ ਦੇ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਿਆ ਹੀ ਦੇਣੀ ਸਾਰਿਆਂ ਨੂੰ। ਹਾਂਜੀ। ਪਗ ਪਾਹੁਲ ਲੈ ਬੇ ਇਚ ਧਾਰੀ। ਉਹਨੇ ਸੋਚਿਆ ਵੀ ਮੈਂ ਭਾਈ ਗੁਰਦਾਸ ਜੀ ਦੇ ਚਰਨਾਂ ਦੀ ਪੌਲ ਲੈਣੀ ਹੈ। ਹਾਂਜੀ। ਪੰਚਾਮ੍ਰਿਤ ਕਨੋ ਕਰਵਾਏ। ਕੜਾ ਪ੍ਰਸ਼ਾਦ ਦੀ ਦੇਗ ਕਰਵਾਈ ਜੀ। ਹਾਂਜੀ। ਨਿਕਟ ਲੀਨ ਗੁਰਦਾਸ ਬੁਲਾਏ। ਤੇ ਆਪਣੇ ਲਾਗੇ ਹੀ ਭਾਈ ਗੁਰਦਾਸ ਜੀ ਨੂੰ ਬਿਠਾਇਆ। ਹਾਥ ਜੋੜ ਕੇ ਪਾਹੁਲ ਦੇ ਹੋ। ਭਾਈ ਗੁਰਦਾਸ ਜੀ ਮੈਨੂੰ ਚਰਨ ਪੌਲ ਦਿਓ, ਪਹਿਲਾਂ ਤੁਹਾਡੀ ਲਵਾਂਗਾ ਫਿਰ ਗੁਰੂ ਜੀ ਦੇ ਲਵਾਂਗਾ। ਹਾਂਜੀ। ਮੋਕੋ ਸਿੱਖ ਸਕਲ ਬਿਦ ਕਹਿ ਹੋ। ਮੈਨੂੰ ਆਪਣਾ ਸਿੱਖ ਬਣਾਓ। ਸਾਧ ਸੰਗਤ ਜੀ ਇਹ ਵੀ ਗੱਲ ਸੀ, ਜਦੋਂ ਸਿੱਖਾਂ ਨੂੰ ਮਹਾਰਾਜ ਪ੍ਰਚਾਰ ਲਈ ਭੇਜਦੇ ਨਾ ਬਾਹਰ, ਸਿੱਖ ਵੀ ਆਪਣੀ ਚਰਨ ਪੌਲ ਦੇ ਕੇ ਤੇ ਸਿੱਖੀ ਵਿੱਚ ਦੂਜਿਆਂ ਨੂੰ ਸ਼ਾਮਲ ਕਰ ਲੈਂਦੇ ਸੀਗੇ ਜੀ। ਅੱਜ ਵੀ ਅੰਮ੍ਰਿਤ ਗੁਰੂ ਦੇ 5 ਸਿੰਘ ਹੀ ਛਕਾਉਂਦੇ ਆ ਨਾ ਜੀ। ਹਾਂਜੀ। ਪਗ ਪਾਹੁਲ ਕੇ ਤਬ ਗੁਰਦਾਸ। ਹਾਂਜੀ। ਭਇਓ ਮਹਾਨ ਭਾਉ ਨਿਰਪ ਪਾਸ। ਹਾਂਜੀ। ਜਬ ਨਿਰਪ ਭਇਓ ਸਿੱਖ ਇਸ ਕੀਰਾ। ਸਾਧ ਸੰਗਤ ਜੀ ਰਾਜੇ ਨੇ ਫਿਰ ਭਾਈ ਗੁਰਦਾਸ ਜੀ ਦੀ ਚਰਨ ਪੌਲ ਲਈ ਜੀ, ਸਿੱਖ ਬਣ ਗਿਆ ਰਾਜਾ ਜੀ। ਹਾਂਜੀ। ਔਰ ਮੈਂ ਜਸ ਪ੍ਰਗਟਾਇਓ ਵਡੇਰਾ। ਪੂਰੀ ਕਾਂਸ਼ੀ ਦੇ ਵਿੱਚ ਭਾਈ ਗੁਰਦਾਸ ਜੀ ਦੀ ਜੈ ਜੈਕਾਰ ਹੋਈ ਜੀ। ਫਿਰ ਜੀ ਆਖੋ ਵਾਹਿਗੁਰੂ ਵਾਹਿਗੁਰੂ। ਭਾਵੇਂ ਮਹਾਰਾਜ ਸਿੱਖਿਆ ਹੀ ਦੇ ਰਹੇ ਆ, ਪਰ ਸਿੱਖਿਆ ਦਿੰਦਿਆਂ ਵੀ ਭਾਈ ਗੁਰਦਾਸ ਜੀ ਦੀ ਜੈ ਜੈਕਾਰ ਕਰਾ ਰਹੇ ਆ ਜੀ। ਹਾਂਜੀ। ਅਪਰ ਲੋਕ ਸਿੱਖ ਭਏ ਸੋ ਆਏ। ਬਹੁਤ ਸਾਰੇ ਲੋਕ ਕਾਂਸ਼ੀ ਦੇ ਹੋਰ ਜਿਹੜੇ ਪਹਿਲਾਂ ਸਿੱਖ ਸੀ ਨਾ ਜੀ, ਉਹਦੇ ਤੋਂ ਇਲਾਵਾ ਵੱਧ ਵੀ ਬੜੇ ਸਿੱਖ ਬਣ ਗਏ ਜੀ। ਨਿਤ ਪ੍ਰਤ ਬਨੇ ਮਨੁਜ ਸਮੁਦਾਇ। ਹਰ ਰੋਜ਼ ਹੀ ਲੋਕ ਸਿੱਖ ਬਣ ਰਹੇ ਆ, ਸਿੱਖ ਬਣ ਰਹੇ ਆ। ਹਾਂਜੀ। ਦੇਖਾ ਦੇਖੀ ਭਏ ਹਜ਼ਾਰੋ। ਵੇਖਦਿਆਂ ਵੇਖਦਿਆਂ ਕਾਂਸ਼ੀ ਦੇ ਵਿੱਚ ਹਜ਼ਾਰਾਂ ਲੋਕ ਗੁਰੂ ਸਾਹਿਬ ਜੀ ਦੇ ਸਿੱਖ ਬਣੇ ਜੀ। ਇੱਕ ਸਿੱਖ ਤੇ ਕਿੰਨਾ ਪ੍ਰਚਾਰ ਜੀ। ਹਾਂਜੀ। ਗੁਰ ਕੋ ਸੁਜਸ ਬਿਥਾਰ ਉਚਾਰੋ। ਭਾਈ ਗੁਰਦਾਸ ਜੀ ਹਰ ਰੋਜ਼ ਸੰਗਤ ਨੂੰ ਗੁਰੂ ਜੀ ਦੀ ਮਹਿਮਾ ਸੁਣਾਉਂਦੇ ਆ, ਦੱਸਦੇ ਆ
ਗੁਰੂ ਕੋਲ ਇੱਕ ਕਦਮ ਜਾਓ, ਗੁਰੂ ਜੀ 100 ਕਦਮ ਅੱਗੇ ਲੈਣ ਆਉਣਗੇ। ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਸੁਣਾਉਂਦੇ ਆ ਸੰਗਤ ਨੂੰ। ਹਾਂਜੀ, ਨਿਤ ਮੈਂ ਪਾਲਕ ਨਿਕਟ ਬੁਲਾਵੇ। ਹਰ ਰੋਜ਼ ਰਾਜਾ ਭਾਈ ਗੁਰਦਾਸ ਜੀ ਨੂੰ ਆਪਣੇ ਮਹਿਲਾਂ ਵਿੱਚ ਸੱਦਦਾ ਜੀ, ਗੁਰਬਾਣੀ ਇਸ ਪਾਸ ਪੜਾਵੇ। ਤੇ ਭਾਈ ਗੁਰਦਾਸ ਦੀ ਸੰਗਤ ਨੂੰ ਬਿਠਾ ਕੇ ਨਾ ਗੁਰਬਾਣੀ ਦਾ ਪਾਠ ਕਰਦੇ ਆ ਜੀ। ਪਿਆਰ ਨਾਲ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਪੜ੍ਹੇ, ਵੱਡੇ ਵੱਡੇ ਸਾਧ ਸੰਗਤ ਜੀ ਕਾਇਲ ਹੋ ਜਾਂਦੇ ਜੇ। ਤੇ ਜੇ ਬਾਣੀ ਨਹੀਂ ਪੜ੍ਹਨੀ ਆਉਂਦੀ ਤੇ ਫਿਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਜੀ। ਸਿੱਖਣੀ ਪੈਂਦੀ ਆ, ਅਰਥ ਵਿਸ਼ਰਾਮ ਸਾਰੀਆਂ ਗੱਲਾਂ ਸਿੱਖਣੀਆਂ ਪੈਂਦੀਆਂ ਸੰਗਤ ਜੀ। ਹਾਂਜੀ, ਅਰਥ ਸਮੇਤ ਸੁਣੈ ਮਨ ਲਾਈ। ਫਿਰ ਭਾਈ ਗੁਰਦਾਸ ਜੀ ਨੇ ਜਿਹੜੀ ਬਾਣੀ ਪੜ੍ਹਨੀ, ਬਾਣੀ ਦੀ ਕਥਾ ਵੀ ਕਰਨੀ ਜੀ, ਅਰਥ ਵੀ ਦੱਸਣੇ ਕਿ ਬਾਣੀ ਵਿੱਚ ਇਹ ਗੱਲਾਂ ਆਖੀਆਂ। ਹਾਂਜੀ, ਸਭ ਕੋ ਮਨ ਮਹਿ ਮੋਦ ਉਪਾਈ। ਸਾਰਿਆਂ ਨੇ ਬਹੁਤ ਖੁਸ਼ ਹੋਣਾ ਉਹ ਗੱਲਾਂ ਸੁਣ ਸੁਣ ਕੇ। ਤੇ ਕੁਝ ਗੁਰਮੁਖ ਪਿਆਰੇ ਦੱਸਦੇ ਆ, ਵਿੱਚ ਮੈਂ ਬੇਨਤੀ ਕਰ ਦਿੰਦਾ। ਇੱਕ ਦਿਨ ਭਾਈ ਗੁਰਦਾਸ ਜੀ ਬੜੇ ਉਦਾਸ ਜਿਹੇ ਸੀਗੇ ਜੀ। ਗੁਰੂ ਹਰਗੋਬਿੰਦ ਸਾਹਿਬ ਨੂੰ ਰੋਜ਼ ਯਾਦ ਕਰਦੇ ਤੇ ਸਤਿਗੁਰੂ ਜੀ ਨੂੰ ਯਾਦ ਕਰਕੇ ਬੈਰਾਗੀ ਹੋ ਗਏ ਕਿ ਲੰਮਾ ਸਮਾਂ ਹੋ ਗਿਆ ਤੇ ਮੈਨੂੰ ਦਰਸ਼ਨ ਨਹੀਂ ਹੋਏ। ਸਿੱਖ ਕਹਿਣ ਲੱਗੇ, ਭਾਈ ਗੁਰਦਾਸ ਜੀ ਅੱਜ ਤੁਹਾਡੇ ਚਿਹਰੇ ਤੇ ਚਿੰਤਾ ਜੀ ਹੈਗੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਹਾਂ ਚਿੰਤਾ ਇਸ ਗੱਲ ਦੀ ਹੈ, ਲੰਮਾ ਸਮਾਂ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਯਾਦ ਨਹੀਂ ਕੀਤਾ, ਮੈਨੂੰ ਸੱਦਿਆ ਹੀ ਨਹੀਂ। ਕਿੰਨੇ ਦਿਨ ਲੱਗੇ ਜੀ ਕਾਬਲ ਤੋਂ ਕਾਸ਼ੀ ਪਹੁੰਚਦਿਆਂ, ਕਾਸ਼ੀ ਰਹਿੰਦਿਆਂ ਵੀ ਕਿੰਨਾ ਸਮਾਂ ਹੋ ਗਿਆ, ਤੇ ਗੁਰੂ ਜੀ ਨੇ ਮੈਨੂੰ ਯਾਦ ਹੀ ਨਹੀਂ ਕੀਤਾ। ਤੇ ਬੈਰਾਗ ਕਰਨ ਲੱਗ ਪਏ। ਅਗਲੇ ਦਿਨ ਭਾਈ ਗੁਰਦਾਸ ਜੀ ਫਿਰ ਰਾਜੇ ਦੇ ਮਹਿਲਾਂ ਚ ਆਏ ਨਾ ਜਦੋਂ ਕਥਾ ਕਰਨ, ਤੇ ਭਾਈ ਗੁਰਦਾਸ ਜੀ ਬੜੇ ਖੁਸ਼। ਕਥਾ ਹੋ ਗਈ ਤੇ ਸਿੱਖ ਪੁੱਛਦੇ, ਭਾਈ ਗੁਰਦਾਸ ਜੀ ਆਪ ਜੀ ਅੱਜ ਬੜੇ ਖੁਸ਼ ਹੋ, ਕੀ ਗੱਲ ਹੈ? ਤੇ ਭਾਈ ਗੁਰਦਾਸ ਜੀ ਕਹਿੰਦੇ, ਸੁਪਨ ਚਰਿਤਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਕਹਿੰਦੇ ਅੱਜ ਸੁਪਨੇ ਚ ਮਹਾਰਾਜ ਦੇ ਦਰਸ਼ਨ ਹੋ ਗਏ। ਗੱਜ ਕੇ ਆਖੋ ਵਾਹਿਗੁਰੂ। ਸੁਪਨੇ ਚ ਦਰਸ਼ਨ ਹੋ ਗਏ। ਕਿਹੋ ਜਿਹੇ ਦਰਸ਼ਨ ਹੋਏ? ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧੁਰ ਪਿਆਏ ਹੈ। ਬੜੇ ਦਿਆਲੂ ਕਿਰਪਾਲੂ, ਬੜੇ ਸੋਹਣੇ ਨੇਤਰ। ਗੱਲਾਂ ਕੀਤੀਆਂ ਮੇਰੇ ਨਾਲ ਮਹਾਰਾਜ ਨੇ, ਇਹੋ ਜੀਆਂ ਗੱਲਾਂ ਕੀਤੀਆਂ ਅੰਦਰ ਸ਼ਹਿਦ ਘੁੱਲਦਾ ਜਾਵੇ। ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧੁਰ ਪਿਆਏ ਹੈ। ਸੋਭਤ ਸਿਜਾਸਨ ਬਿਲਾਸਨ ਦੇ ਅੰਕ ਮਾਰ। ਆਸਣ ਤੇ ਬੈਠੇ ਸੀ ਮਹਾਰਾਜ। ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਤੇ ਮੈਂ ਮਹਾਰਾਜ ਦੇ ਸਾਹਮਣੇ ਖਲੋਤਾ ਪ੍ਰੇਮ ਵਿੱਚ ਆਨੰਦ ਲੈ ਰਿਹਾ ਸਾਂ। ਅਚਾਨਕ ਹੀ ਜਦੋਂ ਬਬੀਹਾ ਬੋਲਿਆ ਤੇ ਮੇਰੀ ਅੱਖ ਖੁੱਲ ਗਈ। ਚਾਤਰਕ ਸ਼ਬਦ ਸੁਨ ਅੱਖੀਆਂ ਉਗਰ ਗਈ। ਭਾਈ ਜਲ ਮੀਨ ਗਤ ਬਿਰਹਾ ਜਗਾਏ ਹੈ। ਫਿਰ ਬਿਰਹਾ ਆ ਗਿਆ, ਪਰ ਦਰਸ਼ਨ ਹੋ ਗਏ ਨਾ ਮੈਨੂੰ। ਆਖੋ ਵਾਹਿਗੁਰੂ ਵਾਹਿਗੁਰੂ। ਦਾਸ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਮੁਖੋਂ ਬਚਨ ਸੁਣੇ ਆ, ਧਿਆਨ ਨਾਲ ਸੁਣਿਓ। 10 ਪਾਤਸ਼ਾਹੀਆਂ ਵਿੱਚੋਂ ਕਿਸੇ ਇੱਕ ਗੁਰੂ ਸਾਹਿਬ ਦੇ ਸੁਪਨੇ 'ਚ ਵੀ ਦਰਸ਼ਨ ਹੋ ਜਾਣ ਤੇ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ ਜੀ। ਇੰਨਾ ਵੱਡਾ ਪ੍ਰਤਾਪ ਹੈ ਸੁਪਨੇ 'ਚ ਦਰਸ਼ਨ ਕਰਨ ਦਾ। ਸੋ ਭਾਈ ਗੁਰਦਾਸ ਜੀ ਰੋਜ਼ ਆਉਂਦੇ ਆ, ਮਿੱਠੇ ਮਿੱਠੇ ਬੋਲ ਬੋਲਦੇ ਆ, ਸੰਗਤਾਂ ਨੂੰ ਖੁਸ਼ੀ ਮਿਲਦੀ ਹੈ। ਹਾਂਜੀ। ਆਦਿਕ ਚਤੁਰ ਮ੍ਰਿਦ ਬਾਕਨ ਕਹੈ। ਹਾਂਜੀ।
ਸੁਣ ਸਗਰੇ ਗੁਰ ਪ੍ਰੀਤੀ ਲਹੈ। ਹਰ ਰੋਜ਼ ਬੜੇ ਹੀ ਮਿੱਠੇ ਬੋਲ ਬੋਲਿਆ ਕਰਨ ਭਾਈ ਗੁਰਦਾਸ ਜੀ, ਸਿਆਣੀਆਂ ਗੱਲਾਂ ਕਰਿਆ ਕਰਨ, ਤੇ ਸੁਣ ਕੇ ਨਾ ਸਾਰਿਆਂ ਦੇ ਮਨ 'ਚ ਪਿਆਰ ਪੈਦਾ ਹੋਇਆ ਕਰੇ ਜੀ। ਹਾਂਜੀ, ਨਿਰਪ ਕੇ ਨਿਕਟ ਕਥਾ ਨਿਤ ਕਰੈ। ਰਾਜੇ ਦੇ ਕੋਲ ਰੋਜ਼ ਗੁਰਬਾਣੀ ਦੀ ਕਥਾ ਕਰਨੀ ਜੀ। ਹਾਂਜੀ, ਸਭ ਸੰਗਤ ਸੁਨ ਬੇਹਿਤ ਜੁਰੈ। ਸਾਰੀਆਂ ਸੰਗਤਾਂ ਕਥਾ ਸੁਣਨ ਵਾਸਤੇ ਜੁੜਦੀਆਂ, ਆ ਕੇ ਬੈਠਦੀਆਂ। ਬਹੁ ਕੀਰਤ ਬਿਸਤੀਰਤ ਕੀਨ। ਭਾਈ ਗੁਰਦਾਸ ਜੀ ਨੇ ਕਾਂਸ਼ੀ ਦੇ ਵਿੱਚ ਫਿਰ ਗੁਰੂ ਸਾਹਿਬ ਦੀ ਖੂਬ ਸਿਫਤ ਫੈਲਾਈ ਜੀ, ਖੂਬ ਜਸ ਕਰਵਾਇਆ ਸੱਚੇ ਪਾਤਸ਼ਾਹ ਜੀ ਦਾ। ਫਿਰੈ ਸੰਗ ਗਨ ਲਖਿਓ ਪ੍ਰਬੀਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਗਈ, ਜਿੱਧਰ ਭਾਈ ਗੁਰਦਾਸ ਜੀ ਨੇ ਜਾਣਾ ਉਧਰ ਹੀ ਸਿੱਖਾਂ ਨੇ ਜਾਣਾ ਜੀ। 2-4 ਸਿੱਖ ਭਾਈ ਗੁਰਦਾਸ ਜੀ ਦੀ ਸੇਵਾ 'ਚ ਰਹਿਣ ਲੱਗ ਪਏ ਜੀ। ਮਤਲਬ ਜੈ ਜੈਕਾਰ ਹੋ ਗਈ ਜੀ ਭਾਈ ਗੁਰਦਾਸ ਜੀ ਦੀ। ਹਾਂਜੀ ਭੂਪਤ ਕੋ ਗੁਰ ਜਬ ਹਵੈ ਗਇਓ। ਹਾਂਜੀ, ਸਕਲ ਨਗਰ ਸਨਮਾਨਤ ਭਇਓ। ਕਿਉਂ ਰਾਜਾ ਹੀ ਜਦੋਂ ਭਾਈ ਗੁਰਦਾਸ ਜੀ ਦਾ ਇੰਨਾ ਸਤਿਕਾਰ ਕਰਦਾ ਜੀ, ਤੇ ਸਾਰਾ ਨਗਰ ਵੀ ਸਤਿਕਾਰ ਕਰਨ ਲੱਗ ਪਿਆ। ਹਾਂਜੀ ਇੱਕ ਦਿਨ ਦਿਜ ਪੰਡਤ ਸੰਨਿਆਸੀ। ਹਾਂਜੀ, ਸਭ ਮਿਲ ਕਰ ਆਏ ਇਸ ਪਾਸੀ। ਇੱਕ ਦਿਨ ਫਿਰ ਬ੍ਰਾਹਮਣ ਇਕੱਠੇ ਹੋ ਕੇ ਤੇ ਸਾਰੇ ਭਾਈ ਗੁਰਦਾਸ ਜੀ ਦੇ ਕੋਲ ਆ ਗਏ ਜੀ। ਕਿਉਂ? ਕਾਂਸ਼ੀ 'ਚ ਬ੍ਰਾਹਮਣ ਬਹੁਤ ਸਨ। ਗੱਜ ਕੇ ਆਖੋ ਵਾਹਿਗੁਰੂ। ਕਾਂਸ਼ੀ ਨੂੰ ਸ਼ਿਵਾਂ ਦੀ ਨਗਰੀ ਮੰਨਦੇ, ਸ਼ਿਵ ਜੀ ਦੀ ਨਗਰੀ ਮੰਨਦੇ ਆ। ਬੜੇ ਬ੍ਰਾਹਮਣ ਰਹਿੰਦੇ ਉੱਥੇ ਜੀ। ਉਹ ਬ੍ਰਾਹਮਣਾਂ ਵੇਖਿਆ ਵੀ ਭਾਈ ਗੁਰਦਾਸ ਜੀ ਥੋੜੇ ਦਿਨ ਹੋਰ ਇੱਥੇ ਰਹਿ ਗਏ ਤੇ ਸਾਨੂੰ ਪੁੱਛਣਾ ਹੀ ਕਿਸੇ ਨੇ ਨਹੀਂ। ਤੇ ਬ੍ਰਾਹਮਣ ਇਕੱਠੇ ਹੋ ਕੇ ਭਾਈ ਗੁਰਦਾਸ ਜੀ ਦੇ ਕੋਲ ਆਏ। ਨ੍ਰਿਪ ਕੋ ਗੁਰੂ ਲਖਿਓ ਲਲਚਾਏ। ਨਾਲੇ ਵੇਖਿਆ ਵੀ ਰਾਜੇ ਨੇ ਗੁਰੂ ਹੀ ਬਣਾ ਲਿਆ ਭਾਈ ਗੁਰਦਾਸ ਜੀ ਨੂੰ। ਹਾਂਜੀ, ਨਿਜ ਮਤ ਲਿਆਵਨ ਹੀਤ ਅਲਾਏ। ਤੇ ਬ੍ਰਾਹਮਣ ਸੋਚਦੇ ਵੀ ਆਪਾਂ ਭਾਈ ਗੁਰਦਾਸ ਨੂੰ ਆਪਣੀ ਮੱਤ 'ਚ ਲੈ ਆਈਏ, ਆਪਣੇ ਧਰਮ 'ਚ ਲੈ ਆਈਏ। ਹਾਂਜੀ ਏ ਸ਼ਿਵਪੁਰ ਜਿਸ ਮੈਂ ਤੁਮ ਬਾਸਾ। ਹਾਂਜੀ, ਜਾਂ ਤੇ ਬਨੋ ਰੁਦਰ ਕੋ ਦਾਸਾ। ਤੇ ਭਾਈ ਗੁਰਦਾਸ ਜੀ ਨੂੰ ਸਿੱਖ ਉਹ ਬ੍ਰਾਹਮਣ ਕਹਿਣ ਲੱਗੇ, ਭਾਈ ਗੁਰਦਾਸ ਜੀ ਇਹ ਸ਼ਿਵ ਜੀ ਦੀ ਨਗਰੀ ਹੈ, ਸ਼ਿਵਪੁਰੀ ਹੈ, ਇੱਥੇ ਰਹਿਣਾ ਤੇ ਸ਼ਿਵ ਜੀ ਦਾ ਸੇਵਕ ਬਣਨਾ ਪੈਣਾ ਤੁਹਾਨੂੰ। ਹਾਂਜੀ, ਬੈਠੇ ਕਰੋ ਸਦਾ ਸ਼ਿਵ ਧਿਆਨ। ਬੈਠ ਕੇ ਸ਼ਿਵਾਂ ਦਾ ਧਿਆਨ ਧਰਿਆ ਕਰੋ। ਕਿਆ ਗੁਰ ਤੇ ਅਬ ਲਿਹੋ ਸੁਜਾਨ। ਗੁਰੂ ਦਾ ਧਿਆਨ ਕਿਉਂ ਧਾਰਦੇ ਹੋ? ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਤਬ ਗੁਰਦਾਸ ਕਹਿਓ ਸੁਨ ਲੀਜੈ। ਹਾਂਜੀ, ਜੋ ਪਤ ਬ੍ਰਤਾ ਧਰਮ ਦਿਖ ਰੀਜੈ। ਆ ਗੱਲ ਸੁਣਨ ਵਾਲੀ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਸੁਣ ਕਹਿੰਦੇ ਸਾਡੀ ਗੱਲ ਸੁਣੋ। ਇੱਕ ਇਸਤਰੀ ਜਿਹਦਾ ਪਤੀ ਹੈ ਉਹਨੂੰ ਪਤੀ ਵਰਤਾ ਕਹਿੰਦੇ ਆ ਜੀ। ਪਤੀ ਵਰਤਾ ਇਸਤਰੀ ਜਿਹੜੀ ਹੁੰਦੀ ਹੈ ਉਹਦਾ ਇਹ ਧਰਮ ਹੁੰਦਾ ਹੈ। ਹਾਂਜੀ, ਪਰ ਪਤ ਰਮੈ ਨਿੰਦ ਜਗ ਗਾਵੇ। ਜੇ ਉਹ ਧਿਆਨ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਰੱਖੇ ਤੇ ਲੋਕ ਚੰਗਾ ਕਹਿਣਗੇ ਜੀ, ਉਹਨੂੰ ਚੰਗਾ ਨਹੀਂ ਮੰਨਦੇ। ਹਾਂਜੀ, ਆਗੇ ਨਰਕ ਸਜ਼ਾਏ ਨ ਪਾਵੇ। ਨਰਕ 'ਚ ਸਜ਼ਾ ਮਿਲਦੀ ਉਸ ਇਸਤਰੀ ਨੂੰ ਜਿਹੜਾ ਆਪਣੇ ਪਤੀ ਨੂੰ ਛੱਡ ਕੇ ਦੂਜਿਆਂ ਵੱਲ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਆ। ਹਾਂਜੀ, ਏਮ ਗੁਰ ਤਿਆਗ ਜਪੈ ਜੇ ਔਰ। ਇਸੇ ਤਰ੍ਹਾਂ ਆਪਣੇ ਗੁਰੂ ਨੂੰ ਛੱਡ ਕੇ ਜੇ ਕੋਈ ਕਿਸੇ ਹੋਰ ਦਾ ਹੀ ਧਿਆਨ ਧਾਰਦਾ ਫਿਰੇ, ਆਪਣੇ ਗੁਰੂ ਨੂੰ ਛੱਡ ਦਵੇ, ਕਿਸੇ ਹੋਰ ਦਾ ਹੀ ਮੰਤਰ ਲੈ ਕੇ ਜਪਦਾ ਰਵੇ। ਹਾਂਜੀ, ਹਲਤ ਪਲਤ ਮੈਂ ਲਹੈ ਨ ਠੋਰ। ਉਹਨੂੰ ਵੀ ਭਾਈ ਗੁਰਦਾਸ ਜੀ ਕਹਿੰਦੇ ਲੋਕ ਪਰਲੋਕ ਵਿੱਚ ਜਗ੍ਹਾ ਨਹੀਂ ਮਿਲਦੀ। ਸੰਗਤ ਜੀ, ਭਾਵੇਂ ਕੋਈ ਲਾਲਚ ਦਵੇ, ਜਿਹੜਾ 20,000 ਰੁਪਈਆ ਲੈ ਕੇ ਦੂਜੇ ਧਰਮ 'ਚ ਜਾ ਰਿਹਾ ਨਾ ਜੀ, ਉਹ ਸਮਝੋ ਵੀ ਲੋਕ ਪਰਲੋਕ 'ਚ ਉਹਨੂੰ ਥਾਂ ਨਹੀਂ ਮਿਲਦੀ। ਗੱਜ ਕੇ ਆਖੋ ਵਾਹਿਗੁਰੂ। ਆਪਣੇ ਗੁਰੂ ਨੂੰ ਨਾ ਛੱਡੇ। ਸਾਡੇ ਇੱਥੇ ਕੀ ਹੋ ਰਿਹਾ ਜੀ, ਖਾਸ ਕਰਕੇ ਪੰਜਾਬ 'ਚ, ਗੁਰਦਾਸਪੁਰ ਵਿੱਚ ਤਾਂ ਬਹੁਤ ਅਨਮਤੀਏ ਨੌਕਰੀਆਂ ਦਾ ਲਾਲਚ ਦੇ ਕੇ ਉਹ ਕਹਿੰਦੇ ਆਓ ਸਾਡਾ ਧਰਮ ਅਪਣਾ ਲਓ।
ਸਕੂਲ ਬਣਾ ਲਏ ਆਪਣੇ ਉਹਨਾਂ ਨੇ, ਪਰ ਸਿੱਧਕੀ ਸਿੱਖ ਨਹੀਂ ਤੇ ਜਾਂਦੇ, ਭਰੋਸੇ ਵਾਲੇ ਸਿੱਖ ਨਹੀਂ ਤੇ ਜਾਂਦੇ, ਗੁਰੂ ਦੀ ਮਿਹਰ ਵਾਲੇ ਸਿੱਖ ਨਹੀਂ ਤੇ ਜਾਂਦੇ, ਕੱਚੇ ਪਿੱਲੇ ਚਲੇ ਜਾਂਦੇ। ਕੱਚੇ ਪਿੱਲੇ ਪੈਸੇ ਲੈ ਕੇ ਇਸ ਧਰਮ ਨੂੰ ਛੱਡ ਕੇ ਉਹ ਧਰਮ ਅਪਣਾਉਣਗੇ। ਚੇਤਾ ਰੱਖਣ, ਉਸ ਧਰਮ ਵਾਲੇ ਵੀ ਸਮਝ ਲੈਣ ਇਹ ਸਾਡੇ ਧਰਮ ਦੇ ਵੀ ਨਹੀਂ ਹੈਗੇ। ਵੱਧ ਪੈਸੇ ਕੋਈ ਦੇਵੇਗਾ ਉਹ ਉੱਧਰ ਚਲੇ ਜਾਣਗੇ ਜੀ। ਅਸਲੀ ਸਿੱਖ ਕਿਹੜਾ? ਉਹ ਇਸਤਰੀ ਵਰਗਾ ਜਿਹੜਾ ਆਪਣੇ ਪਤੀ ਨੂੰ ਛੱਡ ਕੇ ਦੂਜੇ ਪਾਸੇ ਨਹੀਂ ਜਾਂਦੀ। ਹਾਂਜੀ, ਜੇ ਗੁਰ ਦਇਆ ਤਾਂ ਸਭ ਕੀ ਦਇਆ। ਉਹ ਕਹਿਣ ਲੱਗੇ ਜੇ ਮੇਰੇ ਤੇ ਗੁਰੂ ਸਾਹਿਬ ਖੁਸ਼ ਹੈ ਨਾ ਤੇ ਸ਼ਿਵ ਜੀ ਵੀ ਮੇਰੇ ਤੇ ਖੁਸ਼ ਹੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਜੇ ਗੁਰੂ ਦੀ ਕਿਰਪਾ ਤੇ ਸਾਰੇ ਦੇਵੀ ਦੇਵਤੇ ਖੁਸ਼ ਨੇ ਸਾਡੇ ਤੇ। ਹਾਂਜੀ, ਜੇ ਗੁਰ ਰਿਸੈ ਤਾਂ ਸਭ ਰਿਸ ਕੀਆ। ਤੇ ਜੇ ਗੁਰੂ ਹੀ ਨਾਰਾਜ਼ ਹੋ ਗਿਆ ਨਾ ਤੇ ਜਿਹੜੇ ਮਰਜ਼ੀ ਮੈਂ ਦੇਵੀ ਦੇਵਤੇ ਨੂੰ ਮਨਾਉਂਦਾ ਰਵਾਂ ਫਿਰ ਕਿਸੇ ਨੇ ਵੀ ਖੁਸ਼ ਨਹੀਂ ਹੋਣਾ। ਗੱਲ ਤਾਂ ਗੁਰੂ ਦੀ ਨਾਰਾਜ਼ਗੀ ਦੀ ਹੈ, ਗੁਰੂ ਦੀ ਖੁਸ਼ੀ ਦੀ ਹੈ। ਹਾਂਜੀ, ਇਸ ਪਰ ਏਕ ਸਵਈਆ ਗਾਇਓ। ਹਾਂਜੀ, ਸਭ ਵਿਪਰਨ ਕੋ ਤਬੈ ਸੁਨਾਇਓ। ਇਹਦੇ ਤੇ ਫਿਰ ਭਾਈ ਗੁਰਦਾਸ ਜੀ ਨੇ ਇੱਕ ਸਵਈਆ ਉਚਾਰਨ ਕੀਤਾ ਜੀ। ਉਹ ਫਿਰ ਸਾਰੇ ਵਿਪਰਾਂ ਨੂੰ ਸੁਣਾਇਆ। ਸਵਈਆ ਮਾਤ ਵਿਯੋਗ ਪਰੈ ਬਛਰਾ ਅਨ ਗਾਏ ਤਰੈ ਥਨ ਲਾਤ ਲਗਾਵੇ। ਕਹਿੰਦੇ ਮਾਤ ਵਿਯੋਗ ਪਰੈ ਬਛਰਾ ਅਨ ਗਾਏ ਤਰੈ ਥਨ ਲਾਤ ਲਗਾਵੇ। ਆਪਣੀ ਗਾਂ ਮਾਂ ਨੂੰ ਛੱਡ ਕੇ ਵਛੜਾ ਕੇ ਹੋਰ ਗਾਂ ਦੇ ਕੋਲ ਜਾਵੇ ਲੱਤ ਮਾਰਦੀ ਨਹੀਂ ਉਹ। ਹਾਂਜੀ, ਹੰਸ ਜੋ ਤਿਆਗ ਕੈ ਮਾਨ ਸਰੋਵਰ ਖੋਜਤ ਪੋਖਰ ਚੋਗ ਨ ਪਾਵੇ। ਹੰਸ ਜੋ ਤਿਆਗ ਕੇ ਮਾਨ ਸਰੋਵਰ ਖੋਜਤ ਪੋਖਰ ਚੋਗ ਨ ਪਾਵੇ। ਹੰਸ ਮਾਨ ਸਰੋਵਰ ਨੂੰ ਛੱਡ ਕੇ ਛੱਪੜਾਂ 'ਚ ਤੁਰਿਆ ਫਿਰੇ, ਉੱਥੇ ਉਹਨੂੰ ਪਿਆਰਿਓ ਮੋਤੀ ਨਹੀਂ ਜੇ ਮਿਲਦੇ। ਹਾਂਜੀ, ਚੱਕਰਪਤੀ ਨਿਜ ਭੂਪਤ ਤਿਆਗ ਕੈ ਔਰ ਪੈ ਜਾਏ ਕੈ ਦਾਸ ਲਜਾਵੇ। ਉਹ ਜਿਹਦਾ ਰਾਜਾ ਹੀ ਚੱਕਰਪਰਤੀ ਹੋਵੇ, ਬਹੁਤ ਵੱਡਾ ਰਾਜਾ ਹੋਵੇ, ਉਹਦਾ ਨੌਕਰ ਆਪਣੇ ਰਾਜੇ ਨੂੰ ਛੱਡ ਦਵੇ ਦੂਜੇ ਕੋ ਜਾਵੇ, ਦੂਜੇ ਗੱਲਾਂ ਕਰਦੇ, ਆਪਣੇ ਨੂੰ ਕਿਉਂ ਛੱਡ ਆਇਆ? ਹਾਂਜੀ, ਤੈਸੇ ਗੁਰੂ ਸਿੱਖ ਸੇਵ ਕਰੈ ਜਗ ਔਰ ਜੋ ਦੇਵ ਨ ਪਾਪ ਬਚਾਵੇ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਵੱਛਾ ਆਪਣੀ ਗਾਂ ਮਾਂ ਨੂੰ ਛੱਡ ਕੇ ਦੂਜੇ ਕੋ ਜਾਏਗਾ ਲੱਤ ਮਾਰੂਗੀ ਉਹ। ਹੰਸ ਸਰਮਾਨ ਸਰੋਵਰ ਨੂੰ ਛੱਡ ਕੇ ਦੂਜੇ ਬੰਨੇ ਜਾਏਗਾ, ਚੋਗਾ ਨਹੀਂ ਮਿਲੇਗਾ। ਚੱਕਰਪਤੀ ਰਾਜੇ ਦਾ ਸੇਵਕ ਹੋਵੇ, ਰਾਜੇ ਨੂੰ ਛੱਡ ਕੇ ਦੂਜੇ ਬੰਨੇ ਜਾਵੇ, ਉਹ ਵੀ ਕਦਰ ਨਹੀਂ ਕਰੇਗਾ। ਸਿੱਖ ਆਪਣੇ ਗੁਰੂ ਨੂੰ ਛੱਡ ਕੇ ਜਿਹੜੇ ਪਾਸੇ ਜਾਵੇਗਾ, ਜਿੱਥੇ ਜਾਏਗਾ, ਉਹ ਵੀ ਕਦਰ ਨਹੀਂ ਕਰੇਗਾ। ਤੈਸੇ ਗੁਰੂ ਸਿੱਖ ਸੇਵ ਕਰੈ। ਇਸੇ ਤਰ੍ਹਾਂ ਗੁਰੂ ਦਾ ਸਿੱਖ ਆਪਣੇ ਗੁਰੂ ਦੀ ਸੇਵਾ ਕਰਦਾ। ਜਗ ਔਰ ਸੋ ਦੇਵ ਨਾ ਪਾਪ ਬਚਾਵੇ। ਕਿਸੇ ਹੋਰ ਦੇ ਕੋਲ ਜਾਏਗਾ ਉਹ ਪਾਪਾਂ ਤੋਂ ਨਹੀਂ ਬਚਾ ਸਕਦਾ। ਸਾਡਾ ਗੁਰੂ ਹੀ ਹੈ ਜਿਹੜਾ ਸਾਨੂੰ ਪਾਪਾਂ ਤੋਂ ਬਚਾ ਸਕਦਾ। ਸਾਡੇ ਸਤਿਗੁਰੂ ਜੀ ਬਚਾਉਣਗੇ। ਹੱਥ ਜੋੜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ, ਦੋਹਰਾ ਇਤਿਆਦਿਕ ਉੱਤਰ ਦੀਏ ਦਿਜਨ ਮਾਨ ਕਰ ਭੰਗ। ਇਸ ਤਰੀਕੇ ਨਾਲ ਉੱਤਰ ਦਿੱਤੇ ਤੇ ਉਹਨਾਂ ਬ੍ਰਾਹਮਣਾਂ ਦਾ ਮਾਣ ਜਿਹੜਾ ਸੀ ਨਾ, ਉਹ ਭਾਈ ਗੁਰਦਾਸ ਜੀ ਨੇ ਫਿਰ ਤੋੜ ਦਿੱਤਾ ਜੀ। ਹਾਂਜੀ, ਇੱਕ ਸਤ ਗੁਰ ਕੋ ਆਸ਼ਰਾ ਨਿਸ਼ਚੈ ਕੀਨ ਅਭੰਗ। ਇੱਕ ਗੁਰੂ ਸਾਹਿਬ ਤੇ ਆਸਰਾ ਰੱਖਿਆ। ਇਹਦੇ ਤੋਂ ਅੱਗੇ ਕਥਾ ਕੱਲ ਨੂੰ ਸੁਣਾਂਗੇ ਸੰਗਤ ਜੀ, ਕੱਲ ਨੂੰ ਸੁਣਾਂਗੇ ਅੱਗੋਂ ਕੀ ਹੁੰਦਾ। ਬਸ ਚੇਤਾ ਰੱਖਿਓ, ਗੁਰੂ ਜੀ ਦੀ ਮਿਹਰ ਮੰਗਣੀ ਹੈ। ਆਪਣੇ ਸਤਿਗੁਰੂ ਨੂੰ ਛੱਡ ਕੇ ਦੂਜੇ ਬੰਨੇ ਜਿਹੜਾ ਜਾਏਗਾ ਉਹਦਾ ਹਾਲ ਇਹੋ ਹੀ ਹੋਏਗਾ ਜਿਵੇਂ ਦੂਜੀ ਗਾਂ ਦੇ ਕੋਲ ਵੱਛੜਾ ਜਾਵੇ ਤਾਂ ਲੱਤ ਮਾਰਦੀ, ਉਹਨੂੰ ਵੀ ਪਛਾਣ ਹੁੰਦੀ ਹੈ। ਤੇ ਜਿਹੜਾ ਰੋਜ਼ ਗੁਰੂ ਜੀ ਦੇ ਚਰਨਾਂ 'ਚ ਆਉਂਦਾ, ਗੁਰੂ ਨੂੰ ਵੀ ਪਛਾਣ ਹੁੰਦੀ ਮੇਰਾ ਹੈ। ਗੁਰੂ ਜੀ ਨੂੰ ਵੀ ਪਛਾਣ ਹੁੰਦੀ ਹੈ ਇਹ ਮੇਰਾ ਹੈ।
ਕਈ ਹੋਰ ਮੱਤਾਂ ਵਾਲਿਆਂ ਨਿੱਕੀ ਜੀ ਗੱਲ ਸੁਣ ਲਓ, ਫਿਰ ਮੈਂ ਖੀਮਾ ਮੰਗਾ। ਬੀਬੀ ਕੇਸਰ ਕੌਰ ਜੀ ਦੀ ਗੱਲ ਹੈ, ਭਲਾਈ ਵਿੱਚ ਉਹ ਰਹਿੰਦੇ ਸਨ। ਵਾਹਿਗੁਰੂ ਗੁਰਮੰਤਰ ਦੇ ਬੜੇ ਵੱਡੇ ਅਭਿਆਸੀ ਜੀ, ਪਰ ਪਹਿਲਾਂ ਉਹਨਾਂ ਨਾਮਦਾਨ ਲਿਆ ਸੀ ਕਿਸੇ ਹੋਰ ਕੋਲੋਂ ਜੀ। ਜਦੋਂ ਉਹਨਾਂ ਨੇ ਗੁਰਮੰਤਰ ਦਾ ਜਾਪ ਜਪਣਾ ਸ਼ੁਰੂ ਕੀਤਾ ਨਾ, ਤੇ ਜਿਨ੍ਹਾਂ ਦੇ ਕੋਲੋਂ ਨਾਮਦਾਨ ਲਿਆ ਸੀ, ਉਹਨਾਂ ਦੀਆਂ ਗੁਪਤ ਤਾਕਤਾਂ ਬੀਬੀ ਜੀ ਦੇ ਸਾਹਮਣੇ ਆ ਕੇ ਖਲਾਉਣ ਲੱਗ ਪਈਆਂ। ਤੰਗ ਕੀਤਾ, ਪਰ ਬੀਬੀ ਜੀ ਨੇ ਗੁਰਮੰਤਰ ਨਹੀਂ ਛੱਡਿਆ। ਅੰਮ੍ਰਿਤ ਛਕ ਲਿਆ ਸੀਗਾ ਮਹਾਂਪੁਰਖਾਂ ਕੋਲੋਂ ਕਥਾ ਸੁਣ ਕੇ ਨਾ, ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲਿਆਂ ਕੋਲੋਂ ਅੰਮ੍ਰਿਤ ਛਕ ਲਿਆ ਸੀ। ਬੀਬੀ ਨੇ ਫਿਰ ਜਾਪ ਨਹੀਂ ਛੱਡਿਆ, ਉਹਨੂੰ ਲਾਲਚ ਦਿੱਤੇ ਗੁਪਤ ਸ਼ਕਤੀਆਂ ਨੇ, ਤੂੰ ਸਾਡਾ ਮੰਤਰ ਜਪ, ਜੋ ਕਹੇਂਗੀ ਉਹ ਦਿਆਂਗੇ। ਜੇ ਤੂੰ ਆਖੇ ਤਾਂ ਤੈਨੂੰ ਆਪਣੇ ਪੰਥ ਦੀ ਗੁਰਤਾ ਗੱਦੀ ਦੇ ਦਿੰਨੇ ਆ, ਤੈਨੂੰ ਮੁਖੀ ਬਣਾ ਦਿੰਨੇ, ਗੁਰੂ ਬਣਾ ਦਿੰਨੇ। ਬੀਬੀ ਨਹੀਂ ਮੰਨੀ ਜੀ। ਇਹ ਗੁਪਤ ਤਾਕਤਾਂ ਨੂੰ ਤੰਗ ਕਰਦੀਆਂ ਸੀ। ਬੀਬੀ ਗੁਰਮੰਤਰ ਜਪੀ ਗਈ। ਫਿਰ ਉਸ ਬੀਬੀ ਨੂੰ ਇੱਥੋਂ ਤੱਕ ਉਹਨਾਂ ਗੁਪਤ ਸ਼ਕਤੀਆਂ ਨੇ ਕਿਹਾ, ਤੇਰਾ ਪੁੱਤ ਮਰਵਾ ਦੇਵਾਂਗੇ, ਤੇਰਾ ਘਰ ਵਾਲਾ ਮਰਵਾ ਦੇਵਾਂਗੇ, ਬਾਜ ਆ ਜਾ। ਬੀਬੀ ਨਹੀਂ ਹਟੀ ਜੀ। ਬੀਬੀ ਗੁਰੂ ਦਾ ਮੰਤਰ ਜਪਦੀ ਰਹੀ ਤੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੀ। ਫਿਰ ਜੀ ਗੱਜ ਕੇ ਆਖੋ, ਇਹ ਸਵਰਨ ਕੌਰ ਬੀਬੀ ਜੀ ਦਾ ਬਚਨ, ਸਵਰਨ ਕੌਰ ਜੀ ਦਾ, ਉਹਨਾਂ ਦਾ ਨਾਮ ਸੀ ਸਵਰਨ ਕੌਰ। ਇਸ ਕਰਕੇ ਸਾਧ ਸੰਗਤ ਜੀ, ਇੱਕ ਹੁੰਦਾ ਬਾਹਰ ਦੇ ਲਾਲਚ, ਜਿਹੜਾ ਬਾਹਰ ਦੀ ਦੁਨੀਆ ਤੋਂ ਅੱਗੇ ਲੰਘ ਜਾਂਦਾ, ਉਹਨੂੰ ਅੰਦਰ ਦੇ ਲਾਲਚ ਵੀ ਦਿੱਤੇ ਜਾਂਦੇ ਆ। ਪਰ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਅਸੀਂ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣਾ, ਅਸੀਂ ਵੀ ਨਹੀਂ ਛੱਡ ਕੇ ਜਾਣਾ। ਪੰਗਤੀ ਪੜੋ, ਫਿਰ ਖਿਮਾ ਮੰਗੀਏ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਸੱਚੇ ਪਾਤਸ਼ਾਹ ਮਿਹਰ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। 2 ਮਿੰਟ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗ, ਦਾਸ ਖਿਮਾ ਮੰਗੇਗਾ। ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।